ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਤੂੰ ਸੁਲਤਾਨ ਕਹਾਹੁ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾ ਦੇਹ ਬੁਝਾਈ, ਜੈਸੇ ਸਚ ਮਹਿ ਰਹੋ ਰਜਾਈ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ, ਸਭ ਤੋਂ ਪਹਿਲਾਂ ਦਾਸ ਦੀ ਹਾਜ਼ਰੀ ਪ੍ਰਵਾਨ ਕਰਦਿਆਂ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਸ਼੍ਰੀ ਚਰਨਾਂ ਕਮਲਾਂ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਫਤਿਹ ਪ੍ਰਵਾਨ ਕਰਨੀ। ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਡਭਾਗੇ ਹੋ ਜੋ ਜੁਗੋ ਜੁਗ ਅਟਲ। ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਅੰਮ੍ਰਿਤਮਈ ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਗੁਰਮੁਖ ਪਰਿਵਾਰ ਭਾਈ ਕੁਲਵਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪਣੀ ਧੀ ਦੇ ਵਿਆਹ ਦੇ ਕਾਰਜ ਰੱਖੇ ਹਨ, ਤੇ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਵਾਏ ਹਨ। ਤੇ ਗੁਰਸਿੱਖ ਦਾ ਫਰਜ਼ ਵੀ ਹੈ, ਕੀਤਾ ਲੋੜੀਐ ਕੰਮ ਸੋ ਹਰਿ ਪਹਿ ਆਖੀਐ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਕੋਈ ਵੀ ਗੁਰਸਿੱਖ ਨੇ ਕਾਰਜ ਕਰਨਾ ਹੈ ਤੇ ਆਰੰਭਤਾ ਵਿੱਚ ਸਤਿਗੁਰਾਂ ਦੇ ਚਰਨਾਂ ਦਾ ਓਟ ਆਸਰਾ ਲੈਣਾ, ਇਹ ਗੁਰਸਿੱਖ ਦਾ ਧਰਮ ਹੈ, ਗੁਰਸਿੱਖ ਦਾ ਫਰਜ਼ ਹੈ। ਸੋ ਪਰਸੋਂ ਰੋਜ਼ ਤੋਂ ਗੁਰਮੁਖ ਪਰਿਵਾਰਾਂ ਨੇ ਮਿਲ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਵਾ ਕੇ ਅੰਮ੍ਰਿਤਮਈ ਗੁਰਬਾਣੀ ਦੇ ਇਲਾਹੀ ਜਾਪ ਸ੍ਰੀ ਅਖੰਡ ਜਾਪ ਜੋ ਪ੍ਰਾਰੰਭ ਹੋਏ ਸਨ, ਹਰ ਰੋਜ਼ ਗੁਰਬਾਣੀ ਦੇ ਨਿਰੰਤਰ ਜਾਪ ਚੱਲਦੇ ਰਹੇ। ਤਾਂ ਅੱਜ ਅੰਮ੍ਰਿਤਮਈ ਗੁਰਬਾਣੀ ਦੇ ਭੋਗ ਪਾਏ ਗਏ। ਭੋਗਾਂ ਉਪਰੰਤ ਅੰਮ੍ਰਿਤਮਈ ਸ਼ਬਦ ਕੀਰਤਨ ਸਰਵਣ ਕਰ ਆਪ ਕਿਰਤਾਰਥ ਹੋਏ ਹੋ।
ਗੁਰਬਾਣੀ ਦਾ ਹੀ ਫਰਮਾਨ ਹੈ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਅੰਮ੍ਰਿਤਮਈ ਸ਼ਬਦ ਕੀਰਤਨ ਆਲਾਪ ਸਿੱਖ ਸੰਗਤਾਂ ਨੇ ਜੁੜ ਕੇ ਅਲਾਹਾ ਗੁਰੂ ਸਾਹਿਬਾਂ ਦੇ ਅਲਾਹੀ ਜਾਪ ਸਰਵਣ ਕਰਦਿਆਂ ਲਾਹਾ ਪ੍ਰਾਪਤ ਕੀਤਾ। ਹੁਣ ਸੇਵਕ ਪਰਿਵਾਰ ਵੱਲੋਂ ਜੋ ਹੁਕਮ ਹੋਇਆ ਸੀ, ਦਾਸ ਆਪ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਕਰਨ ਵਾਸਤੇ ਆਪ ਸੰਗਤਾਂ ਦੇ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਨਮੁਖ ਹਾਜ਼ਰੀ ਲਵਾ ਰਿਹਾ ਹੈ। ਗੁਰਬਾਣੀ ਦਾ ਕਥਨ ਹੈ, ਸਭ ਤੇ ਊਤਮ ਹਰਿ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਸੋ ਅੰਮ੍ਰਿਤਮਈ ਆਪਾਂ ਗੁਰਬਾਣੀ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰਾਂਗੇ। ਆਓ ਮਨੋਬਿਰਤੀਆਂ ਦੇ ਤਾਈਂ ਇਕਾਗਰ ਕਰਦਿਆਂ ਹੋਇਆਂ ਅੰਮ੍ਰਿਤਮਈ ਪਾਵਨ ਪਵਿੱਤਰ ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰੀਏ ਜੀ। ਗੁਰੂ ਰੂਪ ਖਾਲਸਾ ਸਾਧ ਸੰਗਤ, ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਜੋ ਸਾਨੂੰ ਸਿਧਾਂਤਕ ਉਪਦੇਸ਼ ਬਖਸ਼ਦੀ ਹੈ ਕਿ ਇਹ ਜਿਹੜਾ ਮਨੁੱਖਾ ਜੀਵਨ ਪ੍ਰਾਪਤ ਹੋਇਆ ਹੈ, ਇਸ ਮਨੁੱਖਾ ਜੀਵਨ ਦਾ ਲਕਸ਼ ਹੈ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਦੇ ਵਿੱਚ ਮਿਲ ਕੇ ਜਿਹੜਾ ਅੰਮ੍ਰਿਤਮਈ ਹਰੀ ਨਾਮ ਜਪਣਾ ਹੈ, ਸਰਵਣ ਕਰਨਾ ਹੈ, ਇਹੀ ਜੀਵਨ ਦਾ ਲਾਭ ਹੈ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਆਪ ਸੰਗਤ ਰੂਪ ਦੇ ਵਿੱਚ ਗੁਰੂ ਹਜ਼ੂਰੀ ਵਿੱਚ ਜੁੜ ਬੈਠੇ ਹੋ। ਗੁਰਮੁਖ ਪਰਿਵਾਰ ਦੇ ਸੱਦੇ ਤੇ ਗੁਰਮੁਖਾਂ ਦੇ ਘਰ ਦੇ ਵਿੱਚ ਸੰਗਤ ਰੂਪ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਲਵਾ ਰਹੇ ਹੋ। ਕਿਸੇ ਵੀ ਗੁਰੂ ਖਾਲਸਾ ਜੀ ਮਾਰਗ ਦੇ ਉੱਪਰ ਚੱਲਣਾ ਹੋਵੇ ਤੇ ਉਸ ਮਾਰਗ ਦੇ ਆਪਣੇ ਇੱਕ ਨਿਯਮ ਹੁੰਦੇ ਹਨ। ਕਿਸੇ ਵੀ ਮਾਰਗ ਦੇ ਆਪਣੇ ਜਿਹੜੇ ਹੈ ਉਹ ਰੂਲ ਹੁੰਦੇ ਹਨ। ਜੇ ਅਸੀਂ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹਾਂ ਤਾਂ ਜੇ ਅਸੀਂ ਮਾਰਗ ਦੇ ਰੂਲ ਫੋਲੋ ਕਰਾਂਗੇ, ਰਸਤੇ ਦੇ ਜੋ ਨਿਯਮ ਹਨ ਉਹਨਾਂ ਦੇ ਅਨੁਕੂਲ ਚੱਲਾਂਗੇ, ਤਾਂ ਹੀ ਮੰਜ਼ਿਲ ਤੇ ਪ੍ਰਾਪਤ ਹੋ ਸਕਾਂਗੇ, ਮੰਜ਼ਿਲ ਤੇ ਪਹੁੰਚ ਸਕਾਂਗੇ। ਜੇ ਕਾਨੂੰਨ ਦੀ ਉਲੰਘਣਾ ਕਰਾਂਗੇ, ਕਿਸੇ ਰਸਤੇ ਤੇ ਜਾਣਾ, ਜੈਸੇ ਰੋਡ ਤੇ ਜਾ ਰਹੇ ਹਾਂ, ਸੜਕ ਤੇ ਜਾ ਰਹੇ ਹਾਂ, ਤੇ ਜੇ ਰੂਲ ਦੀ ਉਲੰਘਣਾ ਕਰਾਂਗੇ ਤਾਂ ਮਾਰਗ ਦੇ ਵਿੱਚ ਕੋਈ ਕਸ਼ਤੀ ਨੂੰ ਪ੍ਰਾਪਤ ਹੋਵਾਂਗੇ, ਰਸਤੇ ਦੇ ਵਿੱਚ ਕੋਈ ਦੁਰਘਟਨਾ ਨੂੰ ਪ੍ਰਾਪਤ ਹੋਵਾਂਗੇ, ਮੰਜ਼ਿਲ ਤੇ ਪਹੁੰਚਣਾ ਰਹਿ ਜਾਵੇਗਾ। ਸੋ ਜਿਸ ਤਰ੍ਹਾਂ ਇਹ ਸੰਸਾਰ ਦੇ ਮਾਰਗ ਹਨ, ਇਸੇ ਤਰ੍ਹਾਂ ਪਰਮਾਰਥ ਦੇ ਵੀ ਮਾਰਗ ਹਨ। ਜੈਸੇ ਵੱਖ-ਵੱਖ ਧਰਮਾਂ ਰੂਪੀ ਮਾਰਗ ਹਨ, ਸਾਰੇ ਧਰਮਾਂ ਦੇ ਆਪਣੇ ਰੂਲ ਹਨ। ਗੁਰਮਤ ਦੇ ਆਪਣੇ ਰੂਲ ਹਨ, ਸਨਾਤਨ ਦੇ ਆਪਣੇ ਰੂਲ ਹਨ, ਇਸਲਾਮ ਦੇ ਆਪਣੇ ਰੂਲ ਹਨ, ਤੇ ਸਾਰੇ ਮਾਰਗ ਉਸ ਇੱਕ ਮੰਜ਼ਿਲ ਤੱਕ ਹੀ ਪਹੁੰਚਦੇ ਹੈ। ਯਦਿਅਪੀ ਮਾਰਗਾਂ ਦੇ ਨਿਯਮ ਭਿੰਨ-ਭਿੰਨ ਹੈ, ਪਰ ਸਾਰੇ ਦੇ ਸਾਰੇ ਮਾਰਗਾਂ ਦੀ ਪਹੁੰਚ ਜਿਹੜੀ ਹੈ ਉਹ ਇੱਕ ਸੱਚੇ ਅਕਾਲ ਪੁਰਖ ਪਰਮੇਸ਼ਰ ਤੱਕ ਹੀ ਹੈ। ਤਾਂ ਜੈਸੇ ਵੱਖ-ਵੱਖ ਧਰਮਾਂ ਰੂਪੀ ਮਾਰਗ ਹਨ ਗੁਰੂ ਖਾਲਸਾ ਸਾਧ ਸੰਗਤ, ਇਸੇ ਤਰ੍ਹਾਂ ਹਰੇਕ ਧਰਮ ਦੇ ਅੰਤਰਗਤ ਜੀਵਾਂ ਦੇ ਵਾਸਤੇ 4 ਹੋਰ ਮਾਰਗ ਚੁਣੇ ਗਏ ਹਨਗੇ, ਜਿਨ੍ਹਾਂ ਨੂੰ ਆਸ਼ਰਮ ਕਿਹਾ ਜਾਂਦਾ ਹੈ। ਉਹ 4 ਆਸ਼ਰਮ ਜੀਵਨ ਦੇ ਵਿੱਚ ਹਨ। ਇੱਕ ਬ੍ਰਹਮਚਾਰੀ ਆਸ਼ਰਮ ਹੈ,
एक गृहस्थ आश्रम है, एक वानप्रस्थी आश्रम है, एक संन्यास आश्रम है। ਇਹ 4 ਆਸ਼ਰਮ ਹਨ ਜਿਨ੍ਹਾਂ ਦੇ ਰੂਲ, ਜਿਨ੍ਹਾਂ ਦੇ ਨਿਯਮਾਂ ਤੇ ਚੱਲਦਿਆਂ ਹੋਇਆਂ ਜੀਵ ਨੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ। ਤੇ ਗੁਰਮਤਿ ਦੇ ਵਿੱਚ ਜਿੱਥੇ ਸਾਰਿਆਂ ਨੂੰ ਹੀ ਸ੍ਰੇਸ਼ਟਤਾ ਦਿੱਤੀ ਹੈ, ਉਥੇ ਗ੍ਰਸਥ ਆਸ਼ਰਮ ਜਿਹੜਾ ਹੈ ਇਸ ਨੂੰ ਅਧਿਕਤਰ ਵਿਸ਼ਿਸ਼ਟਤਾ ਦਿੱਤੀ ਗਈ ਹੈ। ਭਾਈ ਗੁਰਦਾਸ ਜੀ ਜੋ ਗੁਰੂ ਘਰ ਦੇ ਬੜੇ ਮਹਾਨ ਵੱਡੇ ਵਿਦਵਾਨ ਹੋਏ, ਜਿਨ੍ਹਾਂ ਨੇ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬੀੜ ਜਿਹੜੀ ਹੈ ਇਸ ਦੀ ਲਿਖਵਾਈ ਦੀ ਸੇਵਾ ਜਿਹੜੀ ਹੈ ਉਹ ਨਿਭਾਈ। ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜੋ ਮਾਮਾ ਜੀ ਵੀ ਲੱਗਦੇ ਸਨ, ਤੇ ਜਿਨ੍ਹਾਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਸ੍ਰੀ ਰਾਮਸਰ ਤੀਰਥ ਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬੀੜ ਲਿਖੀ, ਸਤਿਗੁਰਾਂ ਲਿਖਵਾਈ। ਬੜੇ ਮਹਾਨ ਗੁਰਮਤਿ ਦੇ ਉਹ ਵਿਦਵਾਨ ਹੋਏ ਹਨ। ਗੁਰੂ ਘਰ ਦੇ ਜੇ ਸਭ ਤੋਂ ਵੱਡੇ ਕੋਈ ਵਿਦਵਾਨ ਹਨ ਤਾਂ ਉਹ ਕੇਵਲ ਭਾਈ ਗੁਰਦਾਸ ਜੀ ਹੀ ਹਨ। ਭਾਈ ਗੁਰਦਾਸ ਜੀ ਆਪਣੇ ਕਵਿਤ ਸਵਈਆਂ ਦੇ ਵਿੱਚ ਗ੍ਰਸਥ ਆਸ਼ਰਮ ਦੇ ਪ੍ਰਥਾਏ ਇਸ ਤਰ੍ਹਾਂ ਲਿਖਦੇ ਹਨ, ਜੈਸੇ ਸਰ ਸਰਤਾ ਸਕਲ ਮੈਂ ਸਮੁੰਦਰ ਵੱਡੋ, ਮੇਰ ਮੈਂ ਸਮੀਰ ਵੱਡੋ ਜਗਤ ਬਖਾਨ ਹੈ। ਤਰਵਰ ਵਿਖੇ ਜੈਸੇ ਚੰਦਨ ਬਿਰਖ ਵੱਡੋ, ਧਾਤ ਮੈਂ ਕਨਕ ਅਤ ਉੱਤਮ ਕੈ ਮਾਨ ਹੈ। ਪੰਛੀਨ ਮੈਂ ਹੰਸ ਮ੍ਰਿਗ ਰਾਜਨ ਮੈਂ ਸਾਰਦੂਲ, ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ। ਗਿਆਨਨ ਮੈਂ ਗਿਆਨ ਯਾਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਸਥ ਪ੍ਰਧਾਨ ਹੈ। ਕਹਿੰਦੇ ਜਿਸ ਤਰ੍ਹਾਂ ਨਦੀਆਂ ਤੇ ਬਹੁਤ ਹਨ, ਪਰ ਨਦੀਆਂ ਦੇ ਵਿੱਚੋਂ ਸਮੁੰਦਰ ਸਭ ਤੋਂ ਵੱਡਾ ਹੈ। ਪਹਾੜ ਤੇ ਬਹੁਤ ਹਨ, ਪਰ ਸੁਮੇਰ ਪਰਬਤ ਸਾਰਿਆਂ ਨਾਲੋਂ ਵੱਡਾ ਹੈ। ਦਰਖਤ ਤੇ ਬਹੁਤ ਹਨ, ਪਰ ਚੰਦਨ ਸਾਰਿਆਂ ਤੋਂ ਵਿਸ਼ਿਸ਼ਟ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਧਾਤ ਤੇ ਬਹੁਤ ਹਨਗੀਆਂ, ਜੈਸੇ ਲੋਹਾ ਚਾਂਦੀ ਪਿੱਤਲ ਇਤਿਆਦ, ਪਰ ਸਾਰੀਆਂ ਧਾਤਾਂ ਵਿੱਚੋਂ ਸੋਨੇ ਨੂੰ ਉੱਤਮ ਮੰਨਿਆ ਜਾਂਦਾ ਹੈ। ਪੰਛੀ ਵੀ ਬਹੁਤ ਹਨ, ਪਰ ਪੰਛੀਆਂ ਵਿੱਚੋਂ ਹੰਸ ਨੂੰ ਵਿਸ਼ਿਸ਼ਟਤਾ ਦਿੱਤੀ ਗਈ ਹੈ। ਰਾਗ ਬਹੁਤ ਹਨਗੇ, ਪਰ ਰਾਗਾਂ ਵਿੱਚੋਂ ਸ੍ਰੀ ਰਾਗ ਸ਼੍ਰੋਮਣੀ ਰਾਗ ਹੈ। ਗੁਰਬਾਣੀ ਵਿੱਚ ਵੀ ਪਾਤਸ਼ਾਹ ਜਿੱਥੇ ਰਾਗਮਾਲਾ ਲਿਖਦੇ ਉੱਥੇ ਲਿਖਦੇ ਆ, ਸਭ ਮਿਲ ਸ੍ਰੀ ਰਾਗ ਵੈ ਗਾਵੈ, ਸਾਰੇ ਹੀ ਮਿਲ ਕੇ ਸ੍ਰੀ ਰਾਗ ਗਾਉਂਦੇ। ਰਾਗਾਂ ਵਿੱਚੋਂ ਸ੍ਰੀ ਰਾਗ ਸ਼੍ਰੋਮਣੀ ਹੈ। ਤਾਂ ਇਸੇ ਤਰ੍ਹਾਂ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ। ਗਿਆਨ ਤੇ ਬਹੁਤ ਵਸਤੂਆਂ ਦਾ ਹੁੰਦਾ ਹੈ, ਪਰ ਆਤਮਾ ਸਰੂਪ ਦਾ ਗਿਆਨ ਹੋਣਾ ਸਭ ਤੋਂ ਸ੍ਰੇਸ਼ਟ ਹੈ। ਧਿਆਨ ਤੇ ਬਹੁਤ ਤਰ੍ਹਾਂ ਦੇ ਜੀਵ ਲਾਉਂਦੇ ਹੈ, ਪਰ ਗੁਰੂ ਚਰਨਾਂ ਦਾ ਧਿਆਨ ਲਾਉਣਾ ਸਭ ਤੋਂ ਸ੍ਰੇਸ਼ਟ ਹੈ। ਇਸੇ ਤਰ੍ਹਾਂ ਸਗਲ ਧਰਮ ਮਹਿ ਗ੍ਰਸਥ ਪ੍ਰਧਾਨ ਹੈ। ਗ੍ਰਸਥ ਦੀ ਸਾਰਿਆਂ ਵਿੱਚੋਂ ਸ਼੍ਰੋਮਣਤਾ ਹੈ। 4 ਆਸ਼ਰਮ ਹਨ, 4 ਵਿੱਚੋਂ ਗ੍ਰਸਥ ਆਸ਼ਰਮ ਗੁਰਮਤਿ ਦੇ ਵਿੱਚ ਸ੍ਰੇਸ਼ਟ ਮੰਨਿਆ ਹੋਇਆ। ਪਰ ਗੁਰੂ ਪਿਆਰਿਓ, ਜਿਵੇਂ ਪਹਿਲਾਂ ਦੱਸਿਆ ਕਿ ਕਿਸੇ ਵੀ ਮਾਰਗ ਦੀ ਵਿਸ਼ਿਸ਼ਟਤਾ ਤਾਂ ਹੀ ਹੈ ਜੇ ਅਸੀਂ ਉਸ ਮਾਰਗ ਦੇ ਰੂਲ ਫੋਲੋ ਕਰਦੇ ਹਾਂ, ਤਾਂ ਹੀ ਅਸੀਂ ਉਸ ਮਾਰਗ ਰਾਹੀਂ ਆਪਣੀ ਮੰਜ਼ਿਲ ਤੇ ਪਹੁੰਚ ਸਕਾਂਗੇ। ਤਾਂ ਗ੍ਰਸਥ ਆਸ਼ਰਮ ਦੇ ਆਪਣੇ ਰੂਲ ਹਨ, ਗ੍ਰਸਥ ਆਸ਼ਰਮ ਦੇ ਆਪਣੇ ਨਿਯਮ ਹਨਗੇ। ਜੇ ਉਹਨਾਂ ਨਿਯਮਾਂ ਦੇ ਆਧਾਰਿਤ ਜੀਵ ਚੱਲੇਗਾ ਤਾਂ ਹੀ ਮੰਜ਼ਿਲੇ ਮਕਸੂਦ ਨੂੰ ਪ੍ਰਾਪਤ ਹੋਵੇਗਾ। ਤਾਂ ਸਾਧ ਸੰਗਤ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਦੀ ਸਾਖੀ ਆਪ ਸੰਗਤਾਂ ਦੇ ਨਾਲ ਦਾਸ ਸਾਂਝੀ ਕਰੇ। ਸ੍ਰੀ ਅਨੰਦਪੁਰ ਸਾਹਿਬ ਨਗਰੀ ਦੀ ਗਾਥਾ ਹੈ। ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਦੀ ਹਜ਼ੂਰੀ ਵਿੱਚ ਭਾਈ ਆਨੰਦ ਸਿੰਘ ਜੀ ਰਹਿੰਦੇ ਹੁੰਦੇ ਸਨ। ਸ੍ਰੀ ਅਨੰਦਪੁਰ ਸਾਹਿਬ ਨਗਰੀ ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਭਾਈ ਆਨੰਦ ਸਿੰਘ ਜੀ ਰਹਿੰਦੇ ਸਨ।
ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਕੇ ਪੁੱਛਿਆ, ਪਾਤਸ਼ਾਹ ਜੀ, ਸਤਿਗੁਰੂ ਜੀ ਕਿਰਪਾ ਕਰਕੇ ਦੱਸੋ ਕਿ ਗ੍ਰਸਤ ਮਾਰਗ ਨੂੰ ਅਪਣਾਵਾਂ ਮੈਂ, ਜਾਂ ਇਸ ਤਰ੍ਹਾਂ ਵਿਅੰਗਮ ਹੀ ਰਵਾਂ, ਜਾਂ ਇਸ ਤਰ੍ਹਾਂ ਮੈਂ ਇਹ ਬ੍ਰਹਮਚਾਰੀ ਹੋਈ ਰਵਾਂ। ਦੋਨਾਂ ਵਿੱਚੋਂ ਮੈਨੂੰ ਸਮਝ ਨਹੀਂ ਪੈ ਰਹੀ। ਘਰ ਦੇ ਵੀ ਕਹਿ ਰਹੇ ਹੈ ਕਿ ਤੂੰ ਵਿਆਹ ਕਰਵਾ ਲੈ, ਗ੍ਰਸਤ ਆਸ਼ਰਮ ਨੂੰ ਅਪਣਾ ਲੈ, ਸਿੰਘਾਂ ਵਿੱਚ ਰਹਿ ਕੇ ਮੇਰਾ ਫੁਰਨਾ ਇਸ ਤਰ੍ਹਾਂ ਸਿੰਘਾਂ ਵਾਤੀ ਰਹੀਏ। ਤੁਸੀਂ ਕਿਰਪਾ ਕਰਕੇ ਦੱਸੋ ਮੈਂ ਕਿਸ ਮਾਰਗ ਨੂੰ ਚੁਣਾ। ਤਾਂ ਧੰਨ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰੂ ਜੀ ਨੇ ਬੜੇ ਸਨੇਹ ਨਾਲ, ਬੜੇ ਪਿਆਰ ਨਾਲ ਕੋਲ ਬਿਠਾਇਆ ਭਾਈ ਆਨੰਦ ਸਿੰਘ ਨੂੰ ਤੇ ਕਿਹਾ, ਆਨੰਦ ਸਿਆਂ, ਤੈਨੂੰ ਅਸੀਂ ਦੋਨੋਂ ਹੀ ਮਾਰਗ ਜਿਹੜੇ ਹੈ ਉਹਨਾਂ ਦੇ ਪ੍ਰਥਾਏ ਸਾਖੀਆਂ ਸੁਣਾਉਣੇ ਆ। ਜਿਹੜੀ ਗੱਲ ਤੈਨੂੰ ਚੰਗੀ ਲੱਗੀ ਕਰ ਲਵੀਂ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਆਨੰਦ ਸਿੰਘ ਸੁਣ, ਕੋਈ ਸਾਧੂ ਸਨ ਜੋ ਜੰਗਲ ਦੇ ਵਿੱਚ ਰਹਿੰਦੇ ਸਨ, ਆਪਣੀ ਕੁਟੀਰ ਬਣਾ ਕੇ ਤੇ ਪਰਮੇਸ਼ਰ ਦਾ ਭਜਨ ਕਰਦੇ ਸਨ, ਸਿਮਰਨ ਬੰਦਗੀ ਕਰਦੇ ਸਨ। ਤਾਂ ਉੱਥੇ ਉਹਨਾਂ ਨੂੰ ਪਰਮੇਸ਼ਰ ਵੱਲੋਂ ਹੀ ਕੋਈ ਨਾ ਕੋਈ ਸੇਵਕ ਆ ਜਾਂਦਾ, ਜਲ ਪਾਣੀ ਦੇ ਜਾਂਦਾ, ਛਕ ਕੇ ਆਪਣਾ ਨਿਰਵਾਹ ਕਰਦੇ, ਛਕ ਕੇ ਆਪਣਾ ਗੁਜ਼ਰ ਕਰਦੇ। ਤਾਂ ਇੱਕ ਐਸਾ ਸਮਾਂ ਆਇਆ ਕਿ ਇੱਕ ਦਿਨ ਲੰਘਿਆ, ਕੋਈ ਭੋਜਨ ਲੈ ਕੇ ਨਾ ਆਇਆ। ਦੂਜਾ ਦਿਨ ਲੰਘਿਆ, ਤੀਜਾ ਦਿਨ ਲੰਘਿਆ। ਜਦੋਂ 2-3 ਦਿਨ ਲੰਘ ਗਏ, ਉਹ ਸੰਤਾਂ ਦੇ ਮਨ ਵਿੱਚ ਵਿਚਾਰ ਆਈ, ਕਿਤੇ ਪਰਮੇਸ਼ਰ ਕਰੋਪਤ ਤੇ ਨਹੀਂ ਹੋ ਗਿਆ ਕਿ ਸਾਰੇ ਅੰਗ ਪਤੰਗ ਦਿੱਤੇ ਐ ਤੇ ਤੂੰ ਇੱਥੇ ਆਲਸੀ ਹੋਇਆ ਬੈਠਾ ਰਹਿਣਾ, ਆਪਣੇ ਭੋਜਨ ਦਾ ਉਪਰਾਲਾ ਨਹੀਂ ਕਰਦਾ। ਤਾਂ ਆਪਾਂ ਨੂੰ ਨਗਰ ਵਿੱਚੋਂ ਭਿਕਸ਼ਾ ਮੰਗਣ ਚਲੇ ਜਾਣਾ ਚਾਹੀਦਾ। ਭਿਕਸ਼ਾ ਮੰਗ ਕੇ ਸਾਧੂ ਭਿਕਸ਼ਾ ਮੰਗ ਸਕਦਾ, ਉਹਦੇ ਵਾਸਤੇ ਯੋਗ ਹੈ, ਉਹਨੇ ਸਿਮਰਨ ਕਰਨਾ, ਜਲ ਪਾਣੀ ਭਿਕਸ਼ਾ ਮੰਗ ਕੇ ਛਕਣਾ। ਸੋ ਭਿਕਸ਼ਾ ਲੈਣ ਵਾਸਤੇ ਉਹ ਨਗਰ ਵਿੱਚ ਚਲਿਆ ਗਿਆ। ਨਗਰ ਦੇ ਵਿੱਚ ਜਾ ਕੇ ਤੇ ਗ੍ਰਸਤੀਆਂ ਦੇ ਘਰ ਦੇ ਅੱਗੋਂ ਜਾ ਕੇ ਭਿਕਸ਼ਾਮ ਦੇਹੀ, ਭਿਕਸ਼ਾ ਦੀ ਮੰਗ ਕੀਤੀ। ਪਹਿਲੇ ਘਰ ਗਿਆ, ਉੱਥੋਂ ਵੀ ਕੁਝ ਨਾ ਮਿਲਿਆ। ਦੂਜੇ ਘਰ ਗਿਆ, ਉੱਥੋਂ ਵੀ ਕੁਝ ਨਾ ਮਿਲਿਆ। ਤੀਜਾ ਘਰ ਇੱਕ ਸ਼ਾਹੂਕਾਰ ਦਾ ਸੀ, ਧਨਾੜ ਦਾ ਸੀ। ਉੱਥੇ ਬੜਾ ਸਮਾਗਮ ਕੋਈ ਰੱਖਿਆ ਹੋਇਆ ਸੀ ਤੇ ਜਾ ਕੇ ਭੋਜਨ ਦੀ ਮੰਗ ਕੀਤੀ। ਤੇ ਸਾਧੂ ਲਿਬਾਸ ਤੇ ਹੁਣ ਸਾਦਾ ਹੀ ਹੁੰਦਾ ਸਾਧੂਆਂ ਦਾ। ਤੇ ਜਿਸ ਵੇਲੇ ਭਿਕਸ਼ਾ ਜਾ ਕੇ ਮੰਗੀ ਤੇ ਜਿਹੜਾ ਉਹ ਘਰ ਵਾਲਾ ਸੀ ਆਦਮੀ, ਉਹਨੇ ਆਪਣੇ ਸੇਵਕਾਂ ਨੂੰ ਕਿਹਾ, ਇਹ ਕਿਹੜਾ ਆ ਗਿਆ, ਮੰਗਤਾ ਇਹਨੂੰ ਕੱਢੋ ਇੱਥੋਂ। ਭੋਜਨ ਤਾਂ ਦਿੱਤਾ ਨਹੀਂ, ਕੁੱਟ ਮਾਰ ਕਰਕੇ ਉੱਥੋਂ ਕੱਢ ਦਿੱਤਾ। ਤੇ ਸੰਤਾਂ ਦੇ ਮਨ ਵਿੱਚ ਵਿਚਾਰ ਆਏ ਕਿ ਜੇ ਪਰਾਰਬਧ ਕਰਮਾਂ ਦੇ ਵਿੱਚ ਹੁੰਦਾ ਭੋਜਨ ਤੇ ਅਵਸ਼ਯ ਮਿਲ ਜਾਂਦਾ, ਕਿੰਤੂ ਪਰਾਰਬਧ ਕਰਮਾਂ ਵਿੱਚ ਹੀ ਨਹੀਂ ਹੈ। ਇਸ ਵਾਸਤੇ ਆਪਾਂ ਹੁਣ ਚੱਲੀਏ। ਸੰਤ ਪਛਾਣ ਨੂੰ ਆ ਗਏ, ਆਪਣੇ ਆਸ਼ਰਮ ਵਿੱਚ ਬੈਠ ਕੇ ਤੇ ਸਿਮਰਨ ਕਰਨ ਲੱਗ ਪਏ, ਪਰਮੇਸ਼ਰ ਦੇ ਨਾਮ ਵਿੱਚ ਜੁੜ ਗਏ, ਸ਼ੁਕਰ ਕਰਦਿਆਂ ਹੋਇਆਂ ਵਾਹਿਗੁਰੂ ਦਾ। ਤੇ ਗੁਰੂ ਪਿਆਰਿਓ, ਉਧਰ ਭਗਵਾਨ ਵਿਸ਼ਨੂੰ ਜੀ, ਜਿਨ੍ਹਾਂ ਦੀ ਡਿਊਟੀ ਹੈ ਸਾਰਿਆਂ ਨੂੰ ਪਾਲਣ ਦੀ। ਗੁਰਬਾਣੀ ਦਾ ਕਥਨ ਹੈ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਅਕਾਲ ਪੁਰਖ ਵੱਲੋਂ ਇਹਨਾਂ ਨੂੰ ਡਿਊਟੀਆਂ ਮਿਲੀਆਂ ਹੋਈਆਂ ਹਨਗੀਆਂ। ਇੱਕ ਰਚయిਤਾ ਹੈ ਰਜੋ ਗੁਣੀ ਬ੍ਰਹਮਾ, ਇੱਕ ਪਾਲਕ ਹੈ ਸਤੋ ਗੁਣੀ ਵਿਸ਼ਨੂੰ, ਤੇ ਇੱਕ ਸੰਘਾਰਕ ਹੈ ਤਮੋ ਗੁਣੀ ਮਹਾਦੇਵ। ਸੋ ਵਿਸ਼ਨੂੰ ਨੇ ਆਪਣੇ ਗਣ ਭੇਜੇ ਕਿ ਜਾਓ ਸੰਤਾਂ ਦੇ ਕੋਲ ਜਾਓ, ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਕਹੋ ਕਿ ਆਪਾਂ ਸਾਰੇ ਪਿੰਡ ਨੂੰ ਅੱਗ ਲਾ ਦਈਏ। ਇਹੋ ਜਿਹਾ ਪਿੰਡ ਜਿੱਥੇ ਸੰਤਾਂ ਦੀ ਨਰਾਦਰੀ ਹੋਈ, ਜਿੱਥੇ ਸੰਤਾਂ ਦਾ ਅਪਮਾਨ ਹੋਇਆ। ਉਹ ਵਿਸ਼ਨੂੰ ਦੇ ਗਣ ਸੰਤਾਂ ਦੇ ਆਸ਼ਰਮ 'ਚ ਆ ਗਏ। ਤੇ ਗੁਰੂ ਪਿਆਰਿਓ, ਉਹਨਾਂ ਨੇ ਹੱਥ ਵਿੱਚ ਮਸਾਲਾਂ ਫੜੀਆਂ ਹੋਈਆਂ, ਸੰਤਾਂ ਨੂੰ ਆ ਕੇ ਤੇ ਬੇਨਤੀ ਕਰਦੇ, ਮਹਾਂਪੁਰਖੋ, ਏਡਾ ਪਿੰਡ ਮਾੜਾ ਸਾਰਾ ਹੀ, ਤੁਸੀਂ 2-3 ਘਰਾਂ ਵਿੱਚ ਗਏ, ਤੁਹਾਨੂੰ ਭੋਜਨ ਨਹੀਂ ਦਿੱਤਾ।
ਤੇ ਜਿਹੜੇ ਨਗਰ ਵਿੱਚ ਜਿਹੜੇ ਘਰ ਵਿੱਚ ਸਾਧੂ ਦਾ ਮਾਨ ਸਨਮਾਨ ਨਾ ਹੋਵੇ, ਸੰਤਾਂ ਦਾ ਆਦਰ ਨਾ ਹੋਵੇ, ਤੇ ਉਹ ਘਰ ਤੇ ਸੜ ਕੇ ਸਵਾਹ ਹੋ ਜਾਣਾ ਚਾਹੀਦਾ, ਉਹ ਘਰ ਤੇ ਗਰਕ ਹੋ ਜਾਣਾ ਚਾਹੀਦਾ। ਤੇ ਤੁਸੀਂ ਸਾਨੂੰ ਆਗਿਆ ਦਿਓ ਤੇ ਅਸੀਂ ਪਿੰਡ ਨੂੰ ਅੱਗ ਲਾ ਦਈਏ। ਸੰਤ ਕਹਿਣ ਲੱਗੇ, ਭਾਈ ਬੜੀ ਚੰਗੀ ਗੱਲ ਕਰਦੇ ਹੋ, ਤੇ ਤੁਸੀਂ ਇਕੱਲੇ ਕਿਉਂ ਜਾਓਗੇ? ਮੈਂ ਵੀ ਤੁਹਾਡੇ ਨਾਲ ਚੱਲਦਾ, ਆਹ ਮਿਸਾਲ ਮੈਨੂੰ ਵੀ ਫੜਾਓ। ਸੰਤਾਂ ਨੇ ਵੀ ਮਿਸਾਲ ਫੜ ਲਈ ਤੇ ਸੰਤ ਮਿਸਾਲ ਫੜ ਕੇ ਉਹਨਾਂ ਨੂੰ ਅੱਗ ਲਾਉਣ ਲੱਗ ਪਏ, ਉਹਨਾਂ ਨੂੰ ਸਾੜਨ ਲੱਗ ਪਏ। ਤੇ ਜਦੋਂ ਉਹਨਾਂ ਨੂੰ ਸਾੜਨ ਲੱਗੇ, ਕਹਿਣ ਲੱਗੇ, ਮਹਾਂਪੁਰਖੋ ਅਸੀਂ ਤੇ ਤੁਹਾਡੇ ਵਾਸਤੇ ਆਏ ਹਾਂ ਕਿ ਪਿੰਡ ਵਿੱਚ ਤੁਹਾਨੂੰ ਭੋਜਨ ਨਹੀਂ ਮਿਲਿਆ, ਤੁਹਾਨੂੰ ਜਲ ਪਾਣੀ ਨਹੀਂ ਮਿਲਿਆ, ਤੇ ਪਿੰਡ ਨੂੰ ਅੱਗ ਲਾ ਦਈਏ ਤੇ ਤੁਸੀਂ ਸਾਨੂੰ ਸਾੜਨ ਲੱਗ ਪਏ ਹੋ। ਸੰਤ ਕਹਿਣ ਲੱਗੇ ਕਿ ਨਗਰ ਜਾਂ ਨਗਰ ਵਾਸੀਆਂ ਦਾ ਭਲਾ ਕੀ ਦੋਸ਼ ਹੈ? ਜੇ ਮੇਰੇ ਪ੍ਰਾਰਬਧ ਕਰਮਾਂ ਦੇ ਵਿੱਚ ਈਸ਼ਵਰ ਨੇ ਭੋਜਨ ਲਿਖਿਆ ਹੁੰਦਾ, ਜਿਹਨੇ ਤੁਹਾਨੂੰ ਭੇਜਿਆ ਹੈ, ਜੇ ਉਹਨੇ ਉਸ ਸ਼ਾਹੂਕਾਰ ਦਾ ਮਨ ਪ੍ਰੇਰਿਆ ਹੁੰਦਾ ਤੇ ਮੈਨੂੰ ਭੋਜਨ ਕਿਉਂ ਨਾ ਮਿਲਦਾ? ਦੋਸ਼ੀ ਤੇ ਉਹ ਹੈ ਜਿਹਨੇ ਮੇਰੇ ਪ੍ਰਾਰਬਧ ਕਰਮਾਂ 'ਚ ਨਹੀਂ ਲਿਖਿਆ, ਜਾਂ ਮੇਰੇ ਆਪਣੇ ਕਰਮ ਹਨ ਜਿਨ੍ਹਾਂ ਕਾਰਨ ਮੇਰੇ ਭਾਗਾਂ ਵਿੱਚ ਨਹੀਂ ਨਸੀਬ ਹੋਇਆ। ਨਗਰ ਵਾਸੀਆਂ ਦਾ ਕੋਈ ਦੋਸ਼ ਨਹੀਂ ਹੈ, ਨਗਰ ਵਾਸੀਆਂ ਦਾ ਕੋਈ ਗੁਨਾਹ ਨਹੀਂ ਹੈ। ਇਸ ਵਾਸਤੇ ਜਿੱਥੋਂ ਆਏ ਹੋ ਭੌਂਦੇ ਪੈਰੀ ਉੱਥੇ ਹੀ ਚਲੇ ਜਾਓ। ਤੇ ਗੁਰੂ ਪਿਆਰਿਓ ਉਹਨਾਂ ਸੰਤਾਂ ਨੂੰ ਨਮਸਕਾਰ ਕੀਤੀ ਤੇ ਉਹ ਵਾਪਸ ਚਲੇ ਗਏ। ਭਗਵਾਨ ਵਿਸ਼ਨੂੰ ਦੇ ਕੋਲ ਉਹਨਾਂ ਨੇ ਜਾ ਕੇ ਤੇ ਸਾਰੀ ਗਾਥਾ ਬਿਆਨ ਕੀਤੀ। ਤੇ ਜਿਸ ਵੇਲੇ ਸੁਣੀ ਸਾਰੀ ਗਾਥਾ ਤੇ ਸੰਤਾਂ ਦੇ ਤਾਈਂ ਧੰਨ ਧੰਨ ਕਹਿਣ ਲੱਗੇ ਕਿ ਧੰਨ ਹਨ ਉਹ ਸੰਤ ਜੋ ਪ੍ਰਾਰਬਧ ਕਰਮਾਂ ਦੇ ਅਨੁਸਾਰੀ ਹਨ। ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਨੇ ਇਹ ਸਾਖੀ ਭਾਈ ਆਨੰਦ ਸਿੰਘ ਨੂੰ ਸੁਣਾਈ ਤੇ ਕਿਹਾ, ਆਨੰਦ ਸਿਆਂ ਜੇ ਤਾਂ ਰਹਿਣਾ ਹੈ ਬਿਹੰਗਮ, ਜੇ ਬ੍ਰਹਮਚਾਰੀ ਆਸ਼ਰਮ ਨੂੰ ਅਪਣਾਉਣਾ ਹੈ ਤੇ ਫਿਰ ਤਾਂ ਰਹਿਣਾ ਪੈਣਾ ਇਸ ਤਰ੍ਹਾਂ ਹੀ, ਜੋ ਮਿਲ ਗਿਆ ਉਹਦੇ ਵਿੱਚ ਸ਼ੁਕਰਗੁਜ਼ਾਰ ਰਹਿਣਾ ਹੈ, ਜੋ ਮਿਲ ਗਿਆ ਉਹਦੇ ਵਿੱਚ ਹੀ ਸ਼ੁਕਰ ਕਰਨਾ ਹੈ ਪਰਮੇਸ਼ਰ ਦਾ। ਲਾਲਸਾ ਨਹੀਂ ਰੱਖਣੀ ਮਨ ਦੇ ਵਿੱਚ, ਬਿਹੰਗਮੀ ਕਰਨੀ ਹੈ। ਜੇਕਰ ਤੂੰ ਇਸ ਤਰ੍ਹਾਂ ਬ੍ਰਹਮਚਾਰੀ ਰਹਿਣਾ ਫਿਰ ਤਾਂ ਇਸ ਤਰ੍ਹਾਂ ਦਾ ਰਹਿਣਾ ਪੈਣਾ। ਤੇ ਹੁਣ ਤੈਨੂੰ ਗ੍ਰਸਥ ਆਸ਼ਰਮ ਦੀ ਵੀ ਇੱਕ ਕਥਾ ਸੁਣਾਉਣੀ, ਉਹ ਵੀ ਸੁਣ ਕਿ ਇੱਕ ਫੰਦਕ ਸੀ, ਇੱਕ ਸ਼ਿਕਾਰੀ ਸੀ ਆਨੰਦ ਸਿਆਂ। ਉਹ ਨਾ ਜੰਗਲ 'ਚ ਸ਼ਿਕਾਰ ਖੇਲਣ ਵਾਸਤੇ ਗਿਆ ਤੇ ਜਿਸ ਵਾਸਤੇ ਜੰਗਲ 'ਚ ਜਿਸ ਵੇਲੇ ਸ਼ਿਕਾਰ ਖੇਲਣ ਗਿਆ ਤੇ ਜੰਗਲ ਵਿੱਚ ਉਹਨੇ ਬਥੇਰਾ ਭ੍ਰਮਣ ਕੀਤਾ, ਪਰ ਉਹਨੂੰ ਕੋਈ ਸ਼ਿਕਾਰ ਕਰਨ ਨੂੰ ਪਕਸ਼ੀ ਜਾਨਵਰ ਮਿਲਿਆ ਨਹੀਂ। ਸਾਰਾ ਦਿਨ ਜੰਗਲ 'ਚ ਲੰਘ ਗਿਆ ਤੇ ਘਣੇ ਸੰਘਣੇ ਜੰਗਲ 'ਚ ਗਾਂਹ ਵੜਦਾ ਗਿਆ। ਬਹੁਤ ਭੁੱਖ ਵੀ ਲੱਗ ਗਈ, ਪਿਆਸ ਵੀ ਲੱਗ ਗਈ ਤੇ ਸਰਦੀ ਦੀ ਸੀ ਰੁੱਤ। ਸਰਦੀ ਦੀ ਰੁੱਤ ਹੋਣੇ ਕਰਕੇ ਠੰਡ ਵੀ ਲੱਗੇ ਤੇ ਰਾਤ ਪੈ ਗਈ। ਜੰਗਲ ਬੀਆਬਾਨ ਸੀ, ਰਾਹ ਭੁੱਲ ਗਿਆ ਪਿਛਾਂਹ ਮੁੜਨ ਦਾ ਤੇ ਮਨ ਵਿੱਚ ਡਰੇ ਵੀ, ਠੰਡ ਵੀ ਲੱਗੇ, ਭੁੱਖ ਵੀ ਬੜੀ ਲੱਗੀ ਹੋਈ ਹੈ। ਤੇ ਉਹ ਇੱਕ ਦਰਖਤ ਦੇ ਮੁੱਢ ਦੇ ਤਣੇ ਨਾਲ ਲੱਗ ਕੇ ਬਹਿ ਗਿਆ, ਇਕੱਠਾ ਜਿਹਾ ਹੋ ਕੇ। ਡਰਿਆ ਵੀ ਹੈ, ਸਹਿਮਿਆ ਹੋਇਆ ਵੀ ਹੈ, ਠੰਡ ਵੀ ਲੱਗਦੀ ਤੇ ਭੁੱਖ ਵੀ ਲੱਗੀ ਹੋਈ ਹੈ। ਜਿਹੜੇ ਦਰਖਤ ਦੇ ਥੱਲੇ ਆਨੰਦ ਸਿੰਘ ਆ ਉਹ ਬੈਠਾ ਨਾ ਫੰਦਕ, ਉਸ ਦਰਖਤ ਦੇ ਉੱਪਰ ਉੱਥੇ ਆਲਣਾ ਸੀ ਇੱਕ ਕਬੂਤਰ ਤੇ ਕਬੂਤਰੀ ਦਾ। ਉਹ ਆਲਣੇ ਵਿੱਚ ਬੈਠੇ ਤੇ ਫੰਦਕ ਆਏ ਨੂੰ ਵੇਖ ਪਰਸਪਰ ਗੱਲਾਂ ਬਾਤਾਂ ਕਰਨ ਕਿ ਆਪਣੇ ਘਰੇ ਅਤਿਥੀ ਆਇਆ ਹੈ। ਆਪਣੇ ਘਰੇ ਜਿਹੜਾ ਹੈ ਇਹ ਅਤਿਥੀ ਆਇਆ ਹੈ ਤੇ ਅਤਿਥੀ ਦੇਵੋ ਭਵਾ। ਅਤਿਥੀ ਜਿਹੜਾ ਹੈ ਉਹ ਦੇਵਤੇ ਸਰੂਪ ਹੁੰਦਾ ਹੈ ਤੇ ਆਪਾਂ ਨੂੰ ਇਹਦੀ ਸੇਵਾ ਕਰਨੀ ਚਾਹੀਦੀ ਹੈ। ਇੱਕ ਤਾਂ ਇਹਨੂੰ ਲੱਗ ਰਹੀ ਹੈ ਠੰਡ, ਭੁੱਖ ਵੀ ਲੱਗੀ ਹੋਣੀ ਹੈ ਇਸ ਨੂੰ, ਤੇ ਆਪਾਂ ਇਹਦੇ ਇਹ ਦੁੱਖ ਦੂਰ ਕਰਨ ਦਾ ਯਤਨ ਕਰੀਏ। ਪਹਿਲੋਂ ਤਾਂ
छोटे छोटे तीले सुके कट्ठे करके चुंझ नाल कबूतर कबूतरी ने उहदे अगों सुट्टे। कबूतर गया, उन्हें कितों दूर जाके बलदी हुई अग दे विचों निक्की जी कोई चवाती अपनी चुंझ नाल पकड़ी ते उस फंदक दे अगों लिया के ते सुट दिती। वो निक्की जी चवाती सुकियां निक्कियां निक्कियां तीले काने कट्ठे हो गए। थोड़ा उन्हें आप कट्ठा करके रख लिया ते गुरु प्यारिओ उथे अग बल पई। उन्हें अग बाल के ते नाले तो उहदी ठंड दूर हो गई, नाले जिहड़े जंगली किसी हिंसक पशु का भै सी मन विच वो भी समाप्त हो गया। अग दे लागे हुण कोई आवेगा नहीं, ठंड दूर हो गई, भै दूर हो गया। हुण भुख लगी हुई है, बड़ा व्याकुल है। दोवें कबूतर कबूतरी सोचते हैं साडे घरे अतिथि आया है, भावें साडा शत्रु ही होई है। क्योंकि जड़ा घरे आ जावे ना, महापुरख दसिया करदे कि भावें घरे शत्रु ही आ जावे, जिहड़ा चल के आ गया ना, घर आया अम्मा जाया। जिहड़ा गृहस्थी दे घरे आ जावे ना, घर दी दहलीज दे अंदर पैर पा दवे, गृहस्थी दा फर्ज है फिर ओदी तन मन दे धन दे नाल सेवा करनी। वो कबूतर कबूतरी विचारदे है कि भावें साडा शत्रु ही होई है, फंदक है, पर साडे घरे आया है ते घरे आउण नाते साडा फर्ज है दी सेवा करन दा। वो परस्पर विचारां करदे है कि भुखे है ते भुखे नूं आपां हुण भोजन दा प्रबंध करिए ते इह आपां नूं छक लवेगा ते क्यों ना आपां एक जिहड़ा है वो इहदा भोजन बन जाइए, एक बच्चे संभाल लवेगा। परस्पर गल्लां करदे आ, कबूतरी कहंदी पहलों मैं जानी आ, कबूतर कहंदा मैं। वो कबूतरी ने अग च छाल मार दिती ते जिस वेले अग च छाल मारी ते वो सड़न लगी। फंदक ने चंगी तरह उहनूं भुन लिया ते छक लिया। कबूतर ने वेखिया कि हले दी भुख मिटी नहीं है, उन्हें भी अग दे विच छाल मारी ते फंदक ने उहनूं भी भुन के ते छक लिया। तृप्त हो गया। रात सुख नाल ओहदी गुजरी, दिन ओहदे होया ते अपने घर नूं आ गया। मेरे कलगियां वाले पातशाह धन गुरु गोबिंद सिंह साहिब महाराज साहिब जी भाई आनंद सिंह नूं कहन लगे, आनंद सिंघा गृहस्थी होना है ते इहो जिहा होना पवेगा। गृहस्थी दे ये नियम हनगे। सतगुरु पातशाह जी की गुरबाणी का फरमान है, पुन्न दान का करे शरीर सो गिरही गंगा का नीर। गृहस्थी वो है जिहड़ा अपने तन नूं पुन्न दान दे विच ला देंदा, अपना तन भी अपना मन भी। सो गृही जो निग्रह करे, जप तप संजम भीखिया करे, पुण्य दान का करे शरीर सो गृही गंगा का नीरो। गृहस्थी गंगा दे जल नालों भी पवित्र है, जिहड़ा इन्हां नियमां दी पालना करदा है। ते पातशाह कहंदे आनंद सिंघा जे विहंगम होना है ते वो भी तैनूं दस दित्ती है साखी, फिर उस तरह दा हो जा। सो इस तरह गुरु प्यारिओ हरेक मार्ग दे अपने रूल हन। जे उन्हां रूलां दे मुताबक अनुसारी हो के जीव जीवन जिउंदा है ना, ते संसार तो जित के जांदा है। ते जिहड़ा उधर भी पैर रखे ते उधर भी, ते पातशाह जी कहंदे है ना कि दो बेड़ियां विच पैर रखण वाला हमेशा डुबदा ही है। भगत जी दी बाणी दा फरमान है कि भाई जे विहंगम हो के सन्यासी हो के ते फिर गृहस्थ दे विच पैर रखे, भाव कि विहंगम हो के उदासी हो के ते फिर पदार्थां दे प्रति अपनी आसक्ति रखे, पदार्थां दे प्रति अपना मोह बनावे, तां फिर वो जड़ है, वो मूर्ख विरती वाला है। सो इस वास्ते ये गुरमुख परिवार भाई कुलविंदर सिंह जी जिन्हां ने अपनी धी दा ये
ਪਾਣੀ ਗ੍ਰਹਿਣ ਵਿਆਹ ਦਾ ਸਮਾਗਮ ਰੱਖਿਆ। ਸਤਿਗੁਰਾਂ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਵਾਏ ਹਨ ਤੇ ਸਾਧ ਸੰਗਤ ਆਪ ਸੰਗਤਾਂ ਤਥਾ ਗੁਰਮੁਖ ਪਰਿਵਾਰ ਵੱਲੋਂ ਜਿਵੇਂ ਹੁਕਮ ਹੋਇਆ ਸੀ ਹਾਜ਼ਰੀ ਭਰਨ ਦਾ। ਸੋ ਦਾਸ ਨੇ ਵਿਚਾਰਿਆ ਕਿ ਜਿਹੜਾ ਸਮਾਗਮ ਹੈ ਵਿਆਹ ਦਾ, ਉਹਦੇ ਸੰਬੰਧੀ ਹੋਈ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਵੇ। ਸੋ ਗੁਰਮਤਿ ਵਿੱਚ ਪ੍ਰਵਾਨ ਦੋਵੇਂ ਹੈ, ਗ੍ਰਸਤ ਉਦਾਸੀ ਪ੍ਰਵਾਨ। ਪਰ ਜਿਹੜੇ ਮਾਰਗ ਨੂੰ ਵੀ ਕਿਸੇ ਨੇ ਚੁਣਨਾ ਹੈ ਨਾ ਗੁਰੂ ਪਿਆਰਿਓ, ਫਿਰ ਉਸ ਮਾਰਗ ਦੇ ਆਪਣੇ ਰੂਲਾਂ ਦੇ ਮੁਤਾਬਕ ਹੀ ਚੱਲੇ ਤਾਂ ਹੀ ਮੰਜ਼ਿਲੇ ਮਕਸੂਦ ਨੂੰ ਪ੍ਰਾਪਤ ਹੋ ਸਕਦਾ ਹੈ। ਤੇ ਜੇ ਗ੍ਰਸਤੀ ਹੋ ਕੇ ਵੀ ਜੇ ਘਰ ਦੇ ਵਿੱਚ ਕੋਈ ਆਇਆ ਜਾਚਕ ਬਣ ਕੇ ਤੇ ਉਹਨੂੰ ਮੰਦਾ ਬੋਲੇ, ਉਹਨੂੰ ਗਲਤ ਬੋਲੇ ਕਿ ਤੇਰੇ ਹੱਥ ਹਨ ਅੰਗ ਪਤੰਗ ਹੈ, ਤੂੰ ਵਿਹਲਾ ਤੇ ਮੰਗਦਾ ਫਿਰਦਾ, ਮੰਦਾ ਬੋਲੇ, ਤਾਂ ਉਹ ਗ੍ਰਸਤੀ ਵਾਸਤੇ ਉਚਿਤ ਨਹੀਂ ਹੈ। ਜਦਿਆਪि ਉਹ ਮੰਗਣ ਵਾਲਾ ਆਪਣੇ ਕਰਮਾਂ ਦਾ ਫਲ ਸਰੂਪ ਉਹਨੇ ਭੋਗਣਾ ਹੈ। ਜੇ ਉਹ ਹੁੰਦਿਆਂ ਸੁਣਦਿਆਂ ਆਪਣੀ ਕਾਰ ਵਿਹਾਰ ਕਿਰਤ ਨਹੀਂ ਕਰ ਰਿਹਾ ਤੇ ਉਹਨੇ ਆਪਣੇ ਕਰਮਾਂ ਦਾ ਫਲ ਸਰੂਪ ਭੋਗਣਾ ਹੈ। ਪਰ ਗ੍ਰਸਤੀ ਦਾ ਆਪਣਾ ਨਿਯਮ ਹੈ ਕਿ ਜਿਹੜਾ ਘਰੇ ਆ ਜਾਵੇ ਬਿਨਾਂ ਵਿਤਕਰੇ ਤੋਂ, ਚਾਹੇ ਉਹ ਹਿੰਦੂ ਹੋਵੇ, ਮੁਸਲਿਮ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਕਿਸੇ ਵੀ ਸ਼੍ਰੇਣੀ ਦਾ ਹੋਵੇ, ਜਿਹੜਾ ਘਰੇ ਮੰਗਣ ਵਾਸਤੇ ਆ ਹੀ ਗਿਆ ਤਿਥੋ ਭਵਾ, ਜਿਹੜਾ ਅਤਿਥੀ ਚੱਲ ਕੇ ਆ ਗਿਆ, ਉਹਦੀ ਜਿੰਨੀ ਸਮਰੱਥਾ ਹੈ, ਜਿੰਨੀ ਆਪਣੀ ਸਮਰੱਥਾ ਹੈ, ਤਨ ਕਰਕੇ, ਮਨ ਕਰਕੇ, ਧਨ ਕਰਕੇ, ਜਿੰਨੀ ਅਸੀਂ ਸੇਵਾ ਕਮਾ ਸਕਦੇ ਹਾਂ ਉਨੀ ਕਮਾਉਣੀ ਚਾਹੀਦੀ ਹੈ। ਤੇ ਜਿੱਥੇ ਇਸ ਪ੍ਰਕਾਰ ਦੇ ਨਿਯਮ ਹਨ ਉਥੇ ਘਰ ਦੇ ਅੰਤਰਗਤ ਵੀ ਗ੍ਰਸਤ ਦੇ ਆਪਣੇ ਇੱਕ ਨਿਯਮ ਹਨਗੇ। ਪੁਰਸ਼ ਵਾਸਤੇ ਆਪਣੇ, ਇਸਤਰੀ ਵਾਸਤੇ ਆਪਣੇ ਨਿਯਮ ਹਨਗੇ, ਤਾਂ ਹੀ ਗ੍ਰਸਤ ਮਾਰਗ ਮੰਜ਼ਿਲ ਤੇ ਪਹੁੰਚ ਸਕਦਾ ਹੈ। ਤੇ ਗ੍ਰਸਤ ਆਸ਼ਰਮ ਦੇ ਨਿਯਮ ਸਤਿਗੁਰਾਂ ਗੁਰਬਾਣੀ ਅੰਦਰ ਹੀ ਫਰਮਾਏ ਹੋਏ ਹਨਗੇ। ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੈ। ਗ੍ਰਸਤੀ ਦਾ ਆਪਣਾ ਨਿਯਮ ਹੈ ਕਿ ਜਿਹਦੇ ਨਾਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਉਹਦਾ ਪਾਣੀ ਗ੍ਰਹਿਣ ਹੋ ਗਿਆ ਹੈ, ਗੁਰਾਂ ਦੀ ਹਜ਼ੂਰੀ ਦੇ ਵਿੱਚ ਆਨੰਦ ਕਾਰਜ ਹੋ ਗਿਆ ਹੈ, ਉਹ ਉਹਦੀ ਧਰਮ ਸੁਪਤਨੀ ਹੈ। ਬਾਕੀ ਸਾਰੀਆਂ ਇਸਤਰੀਆਂ ਜਿਹੜੀਆਂ ਉਹ ਮਾਵਾਂ ਭੈਣਾਂ ਧੀਆਂ ਜਾਣੇ, ਛੋਟੀਆਂ ਆਪਣੀਆਂ ਧੀਆਂ ਤੇ ਵੱਡੀਆਂ ਜਿਹੜੀਆਂ ਆਪਣੀਆਂ ਮਾਵਾਂ ਤੁਲ ਤੇ ਬਰਾਬਰ ਦੀਆਂ ਆਪਣੀਆਂ ਭੈਣਾਂ ਤੁਲ ਸਮਝੇ। ਤੇ ਇਹੀ ਨਿਯਮ ਇਸਤਰੀ ਤੇ ਵੀ ਲਾਗੂ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਦੋਂ ਆਨੰਦ ਕਾਰਜ ਹੋ ਗਏ ਹੈ, ਜਿਹਦੇ ਨਾਲ ਵੀ ਮਾਪਿਆਂ ਨੇ ਜਿਹਦੇ ਲੜ ਲਾ ਦਿੱਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਹੋ ਗਏ ਹੈ, ਹੁਣ ਉਹੀ ਪਤੀ ਪਰਮੇਸ਼ਰ ਹੈ। ਧਨ ਸਤੀ ਦਰਗਹਿ ਪਰਵਾਨਿਆ, ਜਿਨ ਪ੍ਰਿਓ ਪਰਮੇਸ਼ਰ ਕਰ ਜਾਣਿਆ। ਜਿਹਨੇ ਪਤੀ ਨੂੰ ਪਰਮੇਸ਼ਰ ਰੂਪ ਕਰਕੇ ਜਾਣ ਲਿਆ, ਹੁਣ ਉਹਦੇ ਵਾਸਤੇ ਬਾਕੀ ਸਾਰੇ ਜਿਹੜੇ ਹੈ ਉਹ ਬਰਾਬਰ ਦੇ ਤੇ ਭਰਾ ਹਨ। ਛੋਟੇ ਆਪਣੇ ਪੁੱਤਰਾਂ ਤੁਲ ਹੈ ਤੇ ਵੱਡੇ ਆਪਣੇ ਪਿਤਾ ਤੁਲ ਹਨਗੇ। ਇਹ ਨਿਯਮ ਦੋਵਾਂ ਤੇ ਲਾਗੂ ਹੁੰਦਾ ਹੈ, ਪੁਰਸ਼ ਤੇ ਵੀ ਹੁੰਦਾ ਹੈ, ਇਸਤਰੀ ਤੇ ਵੀ ਇਹ ਲਾਗੂ ਹੁੰਦਾ ਹੈ। ਸੋ ਇਹ ਵੀ ਨਿਯਮ ਅਪਣਾ ਕੇ ਰੱਖਣੇ ਹਨਗੇ। ਤੇ ਜੇ ਗ੍ਰਸਤ ਆਸ਼ਰਮ ਤੋਂ ਮਗਰੋਂ ਵੀ ਜੀਵ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਫਿਰ ਉਹ ਝੂਠਾ ਪੈਂਦਾ ਹੈ। ਸਤਿਗੁਰਾਂ ਤੇ ਜਦੋਂ ਖੰਡੇ ਬਾਟੇ ਦੀ ਪੌਲ ਛਕਾਉਂਦੇ ਹੈ ਉਦੋਂ ਹੀ ਇਸ ਨਿਯਮ ਤੋਂ ਵਿਸ਼ੇਸ਼ ਕਰਕੇ ਲਾਗੂ ਕਰਦੇ ਹੈ। 4 ਬੱਜਰ ਕਰੈਤਾਂ ਦੇ ਵਿੱਚੋਂ ਇੱਕ ਵਿਸ਼ਿਸ਼ਟ ਬੱਜਰ ਨਾਮੇ ਪੱਥਰ ਵਰਗੀ ਕਰੜੀ ਕਰੈਤ ਜਿਹੜੀ ਨਾ ਬਖਸ਼ੀ ਜਾਣ ਵਾਲੀ ਹੈ। ਉਹਨਾਂ ਵਿੱਚ ਇੱਕ ਇਹ ਵੀ ਹੈ, ਪਰ ਇਸਤਰੀ ਪਰ ਪੁਰਸ਼, ਪਰ ਪੁਰਸ਼ ਪਰ ਇਸਤਰੀ ਗਾਮੀ ਨਹੀਂ ਹੋਣਾ। ਸੋ ਇਹ ਵੀ ਨਿਯਮ ਅਪਣਾ ਕੇ ਰੱਖਣਾ ਹੈ। ਤਾਂ ਹੀ ਕਿਹਾ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੈ। ਤੇ ਫਿਰ ਜਿੱਥੇ ਇਹ ਨਿਯਮ ਹਨਗੇ ਉਥੇ ਗੁਰੂ ਪਿਆਰਿਓ ਨਾਲ ਦੀ ਨਾਲ ਮਾਪਿਆਂ ਪ੍ਰਤੀ ਵੀ ਨਿਯਮ ਹੁੰਦੇ ਹਨ। ਜਿਹੜਾ ਪੁਰਸ਼ ਹੈ ਜੈਸਾ ਸਤਿਕਾਰ ਆਪਣੇ ਪਿਤਾ ਤੇ ਮਾਤਾ ਨੂੰ ਦਿੰਦਾ ਹੈ, ਉਨਾ ਹੀ ਸਤਿਕਾਰ
ਉਹ ਆਪਣੇ ਸੱਸ ਤੇ ਆਪਣੇ ਸਹੁਰੇ ਨੂੰ ਦੇਣਾ ਉਹਦਾ ਬਣਦਾ। ਓਨਾ ਹੀ ਸਤਿਕਾਰ, ਓਨਾ ਹੀ ਪਿਆਰ, ਓਨਾ ਹੀ ਸਤਿਕਾਰ ਉਹਨੂੰ ਦੇਵੇ। ਜੇ ਗ੍ਰਸਤ ਦਾ ਪਹੀਆ ਜਿਹੜਾ ਹੈ ਇਹ ਸਹੀ ਚੱਲੇ ਤੇ ਮੰਜ਼ਲੇ ਮਕਸੂਦ ਨੂੰ ਪ੍ਰਾਪਤ ਹੋਵੇ ਤਾਂ ਗੁਰੂ ਪਿਆਰਿਓ ਪ੍ਰੇਮ ਦੀ ਡੋਰ ਦਾ ਹੋਣਾ ਵਿੱਚ ਬਹੁਤ ਲਾਜ਼ਮੀ ਹੈ। ਤੇ ਪ੍ਰੇਮ ਇਹੀ ਹੈ ਕਿ ਸਤਿਕਾਰ ਓਨਾ ਹੀ ਦੇਵੇ ਜਿੰਨਾ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਦਾ ਹੈ, ਜਿੰਨੀ ਆਪਣੇ ਮਾਤਾ ਪਿਤਾ ਦੀ ਆਗਿਆ 'ਚ ਰਹਿੰਦਾ ਹੈ ਓਨਾ ਹੀ ਆਪਣੇ ਸੱਸ ਤੇ ਆਪਣੇ ਸਹੁਰੇ ਦੀ ਆਗਿਆ 'ਚ ਰਵੇ। ਤੇ ਇਸੇ ਤਰ੍ਹਾਂ ਲੜਕੀ ਦਾ ਵੀ ਇਹ ਫਰਜ਼ ਬਣਦਾ ਹੈ, ਧੀ ਦਾ ਵੀ ਇਹ ਫਰਜ਼ ਬਣਦਾ ਹੈ ਕਿ ਜਿੰਨਾ ਸਤਿਕਾਰ ਤੇ ਜਿੰਨਾ ਪਿਆਰ ਉਹ ਆਪਣੇ ਮਾਪਿਆਂ ਨੂੰ ਦਿੰਦੀ ਹੈ, ਆਪਣੇ ਮਾਤਾ ਪਿਤਾ ਨੂੰ ਦਿੰਦੀ ਹੈ, ਓਨਾ ਹੀ ਅਦਬ ਸਤਿਕਾਰ ਆਪਣੇ ਸੱਸ ਤੇ ਆਪਣੇ ਸਹੁਰੇ ਨੂੰ ਦੇਵੇ। ਤਾਂ ਹੀ ਗ੍ਰਸਤ ਦੀ, ਕਿਉਂਕਿ ਵਰਤਮਾਨ ਸਮੇਂ ਦੇ ਵਿੱਚ ਇਹ ਗ੍ਰਸਤ ਆਸ਼ਰਮ ਸਤਿਗੁਰਾਂ ਤੇ ਇਸ ਨੂੰ ਪ੍ਰਧਾਨ ਹੀ ਕਿਹਾ ਹੈ, ਗ੍ਰਸਤ ਆਸ਼ਰਮ ਨੂੰ ਸ਼੍ਰੋਮਣਤਾ ਦਿੱਤੀ ਹੈ। ਪਰ ਵਰਤਮਾਨ ਸਮੇਂ ਦੇ ਵਿੱਚ ਇਹ ਗ੍ਰਸਤ ਬਹੁਤ ਜਿਹੜਾ ਹੈ ਉਹ ਲੀਹ ਤੋਂ ਉਤਰ ਰਿਹਾ ਹੈ, ਫੇਲ ਹੋ ਰਿਹਾ ਹੈ। ਕਾਰਨ ਇਹੀ ਹੈ ਕਿ ਜਿਹੜੇ ਧੀ ਪੁੱਤ ਹੈ ਉਹ ਆਪਣੇ ਵੱਡਿਆਂ ਦੀ ਆਗਿਆ ਤੋਂ ਬਾਹਰ ਹੋ ਗਏ ਹੈ, ਆਗਿਆ ਦੀ ਉਲੰਘਣਾ ਕਰਦੇ ਹੈ। ਉਲੰਘਣਾ ਕਰਨੇ ਕਰਕੇ ਜੇ ਪੁੱਤਰ ਹੈ ਤਾਂ ਜਦੋਂ ਪਾਣੀ ਗ੍ਰਹਿਣ ਹੁੰਦਾ ਹੈ ਉਹ ਵੀ ਆਪਣੇ ਮਾਤਾ ਪਿਤਾ ਨੂੰ ਆਪਣੀ ਇਸਤਰੀ ਦੇ ਮਗਰ ਲੱਗ ਕੇ ਛੱਡ ਦਿੰਦਾ ਹੈ। ਤੇ ਇਸਤਰੀ ਵੀ ਜਦੋਂ ਨਹੁੰ ਬਣ ਕੇ ਜਾਂਦੀ ਹੈ ਤਾਂ ਉਹ ਆਪਣੇ ਮਾਤਾ ਪਿਤਾ ਨੂੰ ਉਹ ਅਦਬ ਸਤਿਕਾਰ ਨਹੀਂ ਦਿੰਦੀ, ਸੱਸ ਸਹੁਰੇ ਨੂੰ। ਹੌਲੀ ਹੌਲੀ ਆਪਸ ਵਿੱਚ ਰੰਜਿਸ਼ ਬਣ ਜਾਂਦੀ ਹੈ ਤਾਂ ਫਿਰ ਉਹ ਵੱਧਦਿਆਂ ਫਿਰ ਗੱਲ ਦੂਰ ਤੱਕ ਚਲੇ ਜਾਂਦੀ ਹੈ। ਬਹੁ ਗਿਣਤੀ ਵਿੱਚ ਵਰਤਮਾਨ ਸਮੇਂ ਵਿੱਚ ਵੇਖੋਗੇ ਤਾਂ ਇਹ ਗ੍ਰਸਤ ਜਿਹੜਾ ਹੈ ਨਾ ਉਹ ਫੇਲ ਹੋ ਰਿਹਾ ਹੈ। ਕਿਉਂ ਹੋ ਰਿਹਾ ਹੈ? ਗੁਰਮਤ ਦੇ ਦੱਸੇ ਨਿਯਮਾਂ ਤੋਂ ਅਸੀਂ ਵਿਰੁੱਧ ਚੱਲ ਰਹੇ ਹਾਂ। ਜਿਹੜੇ ਗੁਰਮਤ ਨੇ ਨਿਯਮ ਸਾਨੂੰ ਸਮਝਾਏ ਸਨ ਉਹਨਾਂ ਨਿਯਮਾਂ ਦੀ ਅਸੀਂ ਪਾਲਣਾ ਨਹੀਂ ਕਰ ਪਾ ਰਹੇ ਹਾਂ। ਇਹੀ ਕਾਰਨ ਹੈ ਕਿ ਅਸੀਂ ਇਸ ਮਾਰਗ ਤੇ ਚੱਲਦਿਆਂ ਹੋਇਆਂ ਵੀ ਮੰਜ਼ਿਲ ਤੇ ਨਾ ਪਹੁੰਚ ਕੇ ਤੇ ਅੱਧ ਵਿਚਕਾਰ ਹੀ ਰਹਿ ਰਹੇ ਹਾਂ। ਸੋ ਸਾਨੂੰ ਸਤਿਗੁਰਾਂ ਦੇ ਲੜ ਲੱਗਣਾ ਚਾਹੀਦਾ। ਗੁਰੂ ਪਿਆਰਿਓ, ਜੀਵਨ ਦਾ ਸਾਰੇ ਦਾ ਸਾਰਾ ਲਕਸ਼, ਹਰ ਪ੍ਰਕਾਰ ਦੇ ਜੀਵਨ ਜੀਣ ਦੀ ਜਿਹੜੀ ਜਾਚ ਹੈ ਸਾਨੂੰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੱਸਦੇ ਆ। ਹੋਰ ਕਿਸੇ ਕੋਲ ਜਾਣ ਦੀ ਆਵਸ਼ਕਤਾ ਨਹੀਂ ਹੈ ਕਿ ਫਲਾਣੇ ਬਾਬੇ ਕੋਲ ਚਲੇ ਜਾਓ, ਫਲਾਣੇ ਕਿਸੇ ਪੀਰ ਦੇ ਕੋਲ ਚਲੇ ਜਾਓ। ਘਰ ਦੇ ਵਿੱਚ ਲੜਾਈ ਝਗੜਾ ਹੈ ਜੀ, ਫਲਾਣੇ ਪੀਰ ਦੇ ਤੇਲ ਚੜਾਵਾਂਗੇ ਉੱਥੇ ਜਾ ਕੇ ਗੱਲ ਬਣੇਗੀ, ਫਲਾਣੇ ਬਾਬੇ ਦੇ ਕੋਲ ਜਾ ਕੇ ਪੂਜਾ ਕਰਾਂਗੇ ਉਹ ਸਾਨੂੰ ਕੋਈ ਰਾਹ ਪਾਉਣਗੇ। ਗੁਰੂ ਪਿਆਰਿਓ, ਸਾਨੂੰ ਰਾਹ ਪਾਉਣ ਵਾਲੇ ਬੈਠੇ ਹੈ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹਿਆ ਕਰੋ, ਗੁਰਬਾਣੀ ਸੁਣਿਆ ਕਰੋ, ਗੁਰਬਾਣੀ ਵਿਚਾਰਿਆ ਕਰੋ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਸਾਨੂੰ ਸਾਰੇ ਪ੍ਰਕਾਰ ਦਾ ਚਾਨਣ ਪਾਉਂਦੀ ਹੈ। ਸਾਡੇ ਹਰੇਕ ਮਾਰਗ ਦਾ ਪ੍ਰਕਾਸ਼ ਬਣ ਕੇ ਸਾਡਾ ਮਾਰਗ ਪ੍ਰਸ਼ਸਤ ਕਰਦੀ ਹੈ ਗੁਰਬਾਣੀ। ਜੇ ਅਸੀਂ ਗੁਰਬਾਣੀ ਦੇ ਤਾਈਂ ਪੜ੍ਹੀਏ, ਗੁਰਬਾਣੀ ਸੁਣੀਏ, ਗੁਰਬਾਣੀ ਵਿਚਾਰੀਏ ਤੇ ਗੁਰਬਾਣੀ ਦੇ ਅਨੁਕੂਲ ਹੋ ਕੇ ਚੱਲੀਏ। ਜਿੱਥੇ ਅਸੀਂ ਖੰਡੇ ਬਾਟੇ ਦੀ ਪੌਲ ਲੈਣੀ ਸਾਡੇ ਵਾਸਤੇ ਜ਼ਰੂਰੀ ਹੈ, ਕਿਉਂਕਿ ਗੁਰੂ ਬਿਨ ਗਤ ਵੀ ਨਹੀਂ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਸਤਿਗੁਰਾਂ ਦੀ ਪਾਤਸ਼ਾਹ ਦੀ ਬਾਣੀ ਉਚਾਰਦੀ, ਜੇ ਸੌ ਚੰਦਾ ਉਗਵੈ, ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਵਾਲੇ ਹੋਣਾ ਜ਼ਰੂਰੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਿੱਖਾਂ ਦੇ ਗੁਰੂ ਕਦੋਂ ਗੁਰੂ ਬਣਦੇ ਹੈ? ਇਹ ਗੁਰੂ ਤੇ ਸਿੱਖ ਦਾ ਵੀ ਇੱਕ ਨਿਯਮ ਹੈ। ਇਉਂ ਹੀ ਨਹੀਂ ਮੱਥਾ ਟੇਕਿਆ ਤੇ ਗੁਰੂ ਹੋ ਗਏ। ਗੁਰੂ ਬਣਦੇ ਆ ਜਦੋਂ ਖੰਡੇ ਬਾਟੇ ਦੀ ਪੌਲ ਲੈ ਕੇ ਪੰਜ ਪਿਆਰੇ ਸਾਹਿਬਾਨਾਂ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਸੀਂ ਆਪਣਾ ਆਪ ਗੁਰੂ ਨੂੰ ਸਮਰਪਣ ਕਰਦੇ ਹਾਂ। ਤਨ ਮਨ ਧਨ ਸਭ ਸੌਂਪ ਗੁਰ ਕੋ,
हुक्म मन्निया पाईए तां साडे गुरु ग्रंथ साहिब जी गुरु बनदे है ते असीं गुरु साहिबां दे सिख बनदे हां। ਕਿਸੇ ਵੀ ਸਕੂਲ ਵਿੱਚ ਪੁਰਾਣੇ ਸਮੇਂ ਆਸ਼ਰਮ ਹੁੰਦੇ ਸਨਗੇ, ਪੁਰਾਣੇ ਸਮੇਂ ਵਿਦਿਆਲੇ ਵਿਸ਼ਵ ਵਿਦਿਆਲੇ ਹੁੰਦੇ ਸਨ, ਉਥੇ ਰਿਸ਼ੀ ਮੁਨੀ ਵਿਦਿਆ ਪੜ੍ਹਾਇਆ ਕਰਦੇ ਸਨਗੇ। ਤਾਂ ਉਹਨਾਂ ਦੇ ਵਿੱਚ ਵੀ ਛਾਤਰ ਨੇ ਜਦੋਂ ਜਾਣਾ ਤਾਂ ਮਾਤਾ ਪਿਤਾ ਨੇ ਵੱਡਕਿਆਂ ਨੇ ਲੈ ਕੇ ਜਾਣਾ ਤੇ ਆਪਣੇ ਉਹਨਾਂ ਦੇ ਰੂਲ ਹੁੰਦੇ ਸਨਗੇ। ਇਉਂ ਤੇ ਆਸ਼ਰਮ 'ਚ ਬਹੁਤ ਬੱਚੇ ਆਉਂਦੇ, ਪਰ ਜਿਹੜੇ ਉਸ ਰੂਲ ਦੇ ਮੁਤਾਬਕ ਆਪਣਾ ਗੁਰੂ ਬਣਾ ਲੈਂਦੇ ਆਚਾਰਿਆ ਨੂੰ, ਤੇ ਆਚਾਰਿਆ ਜਿਸ ਨੂੰ ਸ਼ਿਸ਼ ਸਵੀਕਾਰ ਕਰ ਲੈਂਦੇ ਉਹਨਾਂ ਦਾ ਹੀ ਸ਼ਿਸ਼ ਤੇ ਗੁਰੂ ਦਾ ਨਾਤਾ ਜੁੜਦਾ ਸੀ। ਸਕੂਲ ਵਿੱਚ ਵੀ ਜਾਈਏ, ਜਿਹੜਾ ਬੱਚਾ ਦਾਖਲ ਹੋਵੇ ਉਹੀ ਹੀ ਫਿਰ ਗਿਣਤੀ ਵਿੱਚ ਆਉਂਦਾ ਹੈ। ਇਉਂ ਚਾਹੇ ਜਿੰਨੇ ਮਰਜ਼ੀ ਬੱਚੇ ਸਕੂਲੇ ਜਾਈ ਜਾਣ, ਪਰ ਜਿਹੜਾ ਦਾਖਲ ਹੁੰਦਾ ਹੈ ਉਹੀ ਅਧਿਆਪਕ ਨੂੰ ਪਤਾ ਹੈ ਕਿ ਸਾਡੇ ਸਕੂਲ ਦਾ ਛਾਤਰ ਹੈ, ਤੇ ਅਧਿਆਪਕ ਦਾ ਉਹ ਛਾਤਰ ਹੈ ਬੱਚਾ ਜਿਹੜਾ ਵਿਦਿਆਰਥੀ ਹੈ, ਤੇ ਅਧਿਆਪਕ ਵੀ ਉਸ ਨੂੰ ਫਿਰ ਨਿਯਮ ਨਾਲ ਪੜ੍ਹਾਉਂਦਾ ਹੈ। ਸੋ ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਸਾਹਿਬਾਨਾਂ ਦੇ ਕੋਲੋਂ ਪੌਲ ਲੈਣੀ, ਇਹ ਸਿੱਖੀ ਦੇ ਸਕੂਲ ਦਾ ਦਾਖਲਾ ਹੈ। ਤੇ ਗੁਰੂ ਪਿਆਰਿਓ, ਦਾਖਲ ਹੋ ਜਾਣਾ ਬਹੁਤ ਵੱਡੀ ਗੱਲ ਹੈ, ਪਰ ਦਾਖਲ ਹੋ ਜਾਣਾ ਹੀ ਪਾਸ ਨਹੀਂ ਕਰਾਉਂਦਾ ਸਕੂਲ ਦੇ ਵਿੱਚੋਂ, ਜਿੰਨਾ ਚਿਰ ਅਸੀਂ ਪੜ੍ਹਾਈ ਨਹੀਂ ਪੜ੍ਹਦੇ ਹਾਂ। ਸਕੂਲ ਵਿੱਚ ਦਾਖਲ ਹੋਇਆ ਬੱਚਾ ਜੇ ਹਾਜ਼ਰੀ ਨਾ ਲਵਾਵੇ, ਗੈਰ ਹਾਜ਼ਰੀ ਰਵੇ, ਤੇ ਜਿਹੜਾ ਅਧਿਆਪਕ ਪੜ੍ਹਾ ਰਿਹਾ ਹੈ ਤੇ ਉਹਨੂੰ ਪਤਾ ਹੀ ਕੋਈ ਨਹੀਂ ਕੀ ਪੜ੍ਹਾ ਰਿਹਾ ਹੈ, ਤੇ ਜਦਿਅਪੀ ਉਹਨੇ ਸੁਣ ਵੀ ਲਿਆ ਜਾਂ ਦੂਜੇ ਬੱਚਿਆਂ ਕੋਲੋਂ ਕਿ ਅੱਜ ਆਹ ਪੜ੍ਹਾਇਆ ਸੀ, ਤੇ ਮਿਹਨਤ ਹੀ ਨਹੀਂ ਕੀਤੀ, ਹਾਜ਼ਰੀ ਵੀ ਨਹੀਂ ਲੱਗ ਰਹੀ, ਮਿਹਨਤ ਵੀ ਨਹੀਂ ਕਰ ਰਿਹਾ, ਤੇ ਜਦੋਂ ਉਹਦੇ ਪੇਪਰ ਆਉਣੇ ਹੈ ਕੀ ਲਿਖੇਗਾ ਪੇਪਰਾਂ ਦੇ ਵਿੱਚ ਤੇ ਕੀ ਪਾਸ ਹੋਵੇਗਾ ਗੁਰੂ ਪਿਆਰਿਓ। ਸੋ ਅੰਮ੍ਰਿਤ ਦੀ ਦਾਤ, ਅੰਮ੍ਰਿਤ ਦੀ ਦਾਤ ਜਿਹੜੀ ਹੈ ਇਹ ਪ੍ਰਾਪਤ ਕਰਨੀ ਸਿੱਖੀ ਦੇ ਸਕੂਲ ਦਾ ਦਾਖਲਾ ਹੈ। ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਾਂਦੇ ਹੋ ਗੁਰਮੁਖ ਪਿਆਰੇ, ਜੋ ਕਲਗੀਆਂ ਵਾਲੇ ਪਾਤਸ਼ਾਹ ਤੇ ਮਾਤਾ ਸਾਹਿਬ ਦੇਵਾਂ ਦੇ ਘਰ ਦੇ ਵਿੱਚ ਜਨਮ ਲੈਂਦੇ ਆ। ਗੁਰੂ ਪਿਆਰਿਓ, ਖਾਲਸੇ ਦੇ ਪਿਤਾ ਕਲਗੀਆਂ ਵਾਲੇ ਪਾਤਸ਼ਾਹ ਤੇ ਮਾਤਾ ਸਾਹਿਬ ਦੇਵਾਂ ਜੀ ਹਨਗੇ। ਜਦੋਂ ਖੰਡੇ ਬਾਟੇ ਦੀ ਪੌਲ ਛਕੀ ਦੇ ਆ ਨਾ, ਤੇ ਪੰਜ ਪਿਆਰੇ ਸਾਹਿਬਾਨ ਸਿੱਖਿਆ ਦਿੰਦੇ ਆ, ਉੱਥੇ ਇਹੀ ਸਮਝਾਉਂਦੇ ਆ, ਅੱਜ ਤੋਂ ਸਾਡੇ ਮਾਤਾ ਪਿਤਾ ਕਲਗੀਆਂ ਵਾਲੇ ਪਾਤਸ਼ਾਹ ਪਿਤਾ ਤੇ ਮਾਤਾ ਸਾਹਿਬ ਦੇਵਾਂ ਜੀ, ਖਾਲਸੇ ਦਾ ਘਰ ਆਨੰਦਪੁਰ ਸਾਹਿਬ ਨਗਰੀ, ਤੇ ਖਾਲਸੇ ਦੇ ਨਾਨਕੇ ਗੁਰੂ ਕੇ ਲਾਹੌਰ। ਸੋ ਮਾਤਾ ਸਾਹਿਬ ਦੇਵਾਂ ਜੀ ਜਿਹੜੇ ਮਹਾਨ ਵੱਡੇ ਹੋਏ ਸਾਧ ਸੰਗਤ, ਜਿਹੜੇ ਗੁਰੂ ਸਾਹਿਬਾਂ ਦੀ ਹਜ਼ੂਰੀ ਵਿੱਚ ਜਦੋਂ ਉਹਨਾਂ ਦੇ ਪਿਤਾ ਸ਼੍ਰੀ ਲੈ ਕੇ ਆਏ ਨਾ, ਤੇ ਸਤਿਗੁਰਾਂ ਅੱਗੋਂ ਬੇਨਤੀ ਕੀਤੀ, ਤੇ ਪਾਤਸ਼ਾਹ ਕਹਿਣ ਲੱਗੇ ਹੁਣ ਅਸੀਂ ਤਾਂ ਜਿਹੜਾ ਗ੍ਰਸਤ ਹੈ ਉਹਦਾ ਤਿਆਗ ਕਰ ਦਿੱਤਾ ਹੋਇਆ ਹੈ। ਤੇ ਸਤਿਗੁਰੂ ਪਾਤਸ਼ਾਹ ਦੇ ਅੱਗੋਂ ਬੇਨਤੀ ਕੀਤੀ ਵੀ ਤੁਹਾਡੀ ਦਾਸੀ ਹੈ, ਇਹਨੂੰ ਚਰਨਾਂ ਵਿੱਚ ਰੱਖੋ। ਤੇ ਗੁਰੂ ਸਾਹਿਬਾਂ ਨੇ ਮਾਤਾ ਸਾਹਿਬ ਦੇਵਾਂ ਨੂੰ ਚਰਨਾਂ ਵਿੱਚ ਰੱਖਿਆ। ਜਿਵੇਂ ਵੱਡੇ ਮਾਤਾ ਸੁੰਦਰੀ ਜੀ, ਮਾਤਾ ਜੀਤੋ ਜੀ ਬਾਲਕ ਖਿਡਾਉਂਦੇ ਹੈ, ਜੈਸੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਹੋਣਾ ਦੇ ਤਾਈਂ ਮਾਤਾ ਸਾਹਿਬ ਦੇਵਾਂ ਦੇ ਮਨ ਦੀ ਵੀ ਲਾਲਸਾ ਹੈ ਕਿ ਸਤਿਗੁਰੂ ਜੀ ਮੇਰੀ ਵੀ ਕੁੱਖ ਭਰਨ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸੁਭਦਰੇ ਤੇਰੀ ਝੋਲੀ ਖਾਲਸਾ ਪਾ ਦਿੱਤਾ ਹੈ। ਖਾਲਸਾ ਮਾਤਾ ਸਾਹਿਬ ਦੇਵਾਂ ਦੀ ਝੋਲੀ ਵਿੱਚ ਪਾਇਆ ਹੈ। ਇਹ ਖਾਲਸੇ ਦੀ ਮਾਤਾ ਸਾਹਿਬ ਦੇਵਾਂ ਜੀ ਹੈ, ਜਿਹੜੇ ਆਜੀਵਨ ਬ੍ਰਹਮਚਾਰੀ ਰਹੇ, ਬੇਹੰਗਮ ਰਹੇ। ਤੇ ਸਾਧ ਸੰਗਤ ਇਹ ਖਾਲਸੇ ਦੇ ਮਾਤਾ ਸ਼੍ਰੀ ਹਨ, ਬੜੇ ਮਹਾਨ ਹੋਏ ਹਨ। ਆਪ ਪਰਮੇਸ਼ਰ ਦੀ ਜਿਹੜੀ ਹੈ ਉਹ ਬਖਸ਼ਿਸ਼ ਦਾ ਸਦਕਾ ਸਤਿਗੁਰੂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਰਹੇ। ਸੋ ਦਾਸ ਵਿਚਾਰਾਂ ਕਰ ਰਿਹਾ ਸੀ ਕਿ ਜਿਸ ਵੇਲੇ ਸਾਧ ਸੰਗਤ ਸਕੂਲ ਦੇ ਵਿੱਚ ਦਾਖਲ ਹੁੰਨੇ ਆ, ਮਾਤਾ ਸਾਹਿਬ ਦੇਵਾਂ ਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਸਾਡਾ ਨਵ ਜਨਮ ਹੁੰਦਾ ਹੈ, ਸਿੱਖੀ ਦੇ ਸਕੂਲ 'ਚ ਦਾਖਲ ਹੁੰਨੇ ਆ,
ते दाखल तो मगरों असी पढ़ाई भी पढ़नी है। असी गुरु साहिबां दा उपदेश गुरबाणी पढ़नी है। हुण गुरबाणी आपे भी जिहड़ी है वो नहीं पढ़ी जाती, क्योंकि आम नहीं है कि जिवें बाकी असी किताबां पढ़ लईआं, इहो नहीं है। इस वास्ते ग्रंथी सिंह इलाके विच जिन्हां ने गुरबाणी पढ़ी हुई है, जिन्हां ने गुरबाणी दी संथਿਆ ਲਈ होई है, उन्हां गुरमुख प्यारियां दे कोलों गुरबाणी आपां सिखीए, फिर गुरबाणी पढ़ीए, गुरबाणी विचारीए, गुरबाणी सानू की उपदेश दिंदी है ते विचारदियां होयां ओनू कमाईए भी। पहलों श्रवण ज्ञान हुंदा है, फिर मनन ज्ञान, फिर निध्यासन ज्ञान ते फिर तत तोंग दा शशोधन हुंदा है। श्री जपजी साहिब जी दी बाणी तुसी पढ़दे होवोगे गुरमुख प्यारिओ, ਉਹਦੇ ਵਿੱਚ ਸਤਿਗੁਰਾਂ ਨੇ ਪਹਿਲੋਂ ਸੁਣਿਆ ਦੀਆਂ 4 ਪੌੜੀਆਂ ਉਚਾਰਨ ਕੀਤੀਆਂ ਹਨ। ਪਹਿਲੋਂ ਸਿੱਖ ਦਾ ਫਰਜ਼ ਸੁਣਨਾ ਹੈ। ਵਰਤਮਾਨ ਸਮੇਂ ਦੇ ਹਾਲਾਤ ਕੀ ਹੈ? ਅਸੀਂ ਸੁਣਨਾ ਨਹੀਂ ਜਾਣਦੇ, ਅਸੀਂ ਸੁਣਾਉਣਾ ਜਾਣਦੇ ਹਾਂ। ਜੋ ਕੁਝ ਅਸੀਂ ਕਿਤੋਂ ਸੁਣਿਆ ਪੜ੍ਹਿਆ ਬਸ ਦੂਜੇ ਨੂੰ ਸੁਣਾ ਕੇ ਪ੍ਰਭਾਵਿਤ ਕਰਨਾ ਜਾਣਦੇ ਹਾਂ। ਅਸੀਂ ਸਰੋਤ ਗਵਾ ਬੈਠੇ ਹਾਂ। ਸੁਣਨਾ ਸਭ ਤੋਂ ਕਠਿਨ ਹੈ। ਪਾਤਸ਼ਾਹ ਦੇ ਬਚਨ ਹਨ, ਕਹਦੇ ਪਵਿੱਤ ਸੁਣਦੇ ਪੁਨੀਤ, ਸੁਣਨ ਵਾਲੇ ਪੁਨੀਤ ਮੰਨੇ ਜਾਂਦੇ ਹਨਗੇ। ਪਵਿੱਤਰ 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 ਪੁਨੀਤ, 3 ਵਾਰੀ ਪਵਿੱਤਰ ਕਹਿਣ ਮਗਰੋਂ ਪੁਨੀਤ ਸ਼ਬਦ ਆਉਂਦਾ ਹੈ। ਸੁਣਨ ਵਾਲਾ ਸਰੋਤਾ ਵੱਡਾ ਹੁੰਦਾ ਹੈ, ਵਕਤਾ ਨਹੀਂ ਵੱਡਾ ਹੁੰਦਾ, ਸਰੋਤਾ ਵੱਡਾ ਹੁੰਦਾ ਹੈ। ਜੇ ਸਰੋਤੇ ਦੀ ਜਿਹੜੀ ਸਰੋਤ ਹੈ ਉਹ ਵੱਡੀ ਹੈ, ਉਹਦੀ ਇਕਾਗਰਤਾ ਹੈ। ਪਹਿਲੋਂ ਸੁਣਨਾ। ਸਤਿਗੁਰੂ ਜੀ ਸਾਨੂੰ ਕੀ ਪਏ ਕਹਿ ਰਹੇ ਹਨ ਗੁਰਬਾਣੀ ਦੁਆਰਾ। ਗੁਰਬਾਣੀ ਜਿੱਥੋਂ ਮਰਜੀ ਪੜ੍ਹ ਲਓ, ਸਤਿਗੁਰੂ ਪਾਤਸ਼ਾਹ ਜੀ ਦੀ ਗੁਰਬਾਣੀ ਦਾ ਜਿਹੜਾ ਸਿਧਾਂਤਕ ਉਪਦੇਸ਼ ਹੈ ਉਹ ਇਹੀ ਹੈ, ਭਾਈ ਮਨੁੱਖਾ ਦੇਹੀ ਤੈਨੂੰ ਜਿਸ ਲਕਸ਼ੇ ਤੂੰ ਪ੍ਰਾਪਤ ਹੋਈ ਹੈ ਉਹਨੂੰ ਸਮਝ। ਇਹ ਮਾਨਸ ਦੇਹ ਦੁਲੰਭ ਹੈ, ਹੋਏ ਨਾ 12 ਬਾਰ, ਜਿਉ ਬਨ ਫਲ ਪਾਕੇ ਭੋਏ ਗਿਰਹਿ, ਬਹੁਰ ਨਾ ਲਾਗੈ ਡਾਰ। ਇਹ ਵਾਰ-ਵਾਰ ਸਮਾਂ ਨਹੀਂ ਪ੍ਰਾਪਤ ਹੋਣਾ, ਬੜਾ ਦੁਰਲਭ ਸਮਾਂ ਪ੍ਰਾਪਤ ਹੋਇਆ ਹੈ। ਇਹਦੇ ਲਕਸ਼ ਨੂੰ ਸਮਝ ਕਿਸ ਵਾਸਤੇ ਪ੍ਰਾਪਤ ਹੋਈ ਹੈ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਲਾਭ ਲੈਣ ਵਾਸਤੇ ਇਸੇ ਸੰਸਾਰ ਵਿੱਚ ਆਇਆ ਹੈ। ਸਵਾਸਾਂ ਦੀ ਪੂੰਜੀ ਦੇ ਕੇ ਉਹਨੇ ਤੈਨੂੰ ਸੰਸਾਰ ਰੂਪੀ ਬਾਜ਼ਾਰ ਵਿੱਚ ਭੇਜਿਆ ਕਿ ਖਰਾ ਸੌਦਾ ਖਰੀਦਣਾ ਹੈ, ਸੱਚਾ ਸੌਦਾ ਖਰੀਦਣਾ ਹੈ। ਇੱਥੇ ਆ ਕੇ ਤੇ ਇੱਥੇ ਆ ਕੇ ਜੀਵ ਲੱਗਾ ਕਿਤ ਕੋ ਫੱਕੜੇ, ਸਭ ਮੁਕਦੀ ਚੱਲੀ ਰਹਿਣ। ਇਹ ਕੁਝੀਆਂ ਕਰਤੂਤਾਂ ਤੇ ਵਿਸ਼ੇ ਵਕਾਰਾਂ ਵਿੱਚ ਲੱਗ ਕੇ ਦੁਰਲਭ ਅਮੋਲਕ ਸਵਾਸਾਂ ਦੀ ਪੂੰਜੀ ਨੂੰ ਕੌਡੀਆਂ ਦੇ ਭਾਅ ਗਵਾ ਰਿਹਾ ਤੇ ਅਖੀਰ ਨੂੰ ਚੱਲੇ ਜਵਾਰੀ ਦੋਏ ਹੱਥ ਝਾਰ, ਮਨੁੱਖਾ ਦੇਹੀ ਜੀਵ ਹਾਰ ਕੇ ਚਲਿਆ ਜਾਂਦਾ ਹੈ। ਸਤਿਗੁਰੂ ਜੀ ਸਾਨੂੰ ਸਮਝਾਉਂਦੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ। ਇਹ ਵਾਰੀ ਹੈ ਤੇ ਇਹ ਵਾਰੀ ਨੂੰ ਕਿਵੇਂ ਜਿੱਤ ਲਵੇਂਗਾ, ਕਿਵੇਂ ਪ੍ਰਾਪਤ ਹੋਵੇਂਗਾ? ਭਾਈ ਮਿਲ ਸਾਧ ਸੰਗਤ, ਸਤ ਸੰਗਤ ਵਿੱਚ ਰੋਜ਼ ਹਾਜ਼ਰੀ ਭਰਿਆ ਕਰ। ਹਰੇਕ ਇਲਾਕੇ ਵਿੱਚ ਸਤਿਗੁਰਾਂ ਦੀ ਬਖਸ਼ਿਸ਼ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿਨ੍ਹਾਂ ਨੇ 9 ਖੰਡ ਪ੍ਰਿਥਵੀ ਦਾ ਚੱਕਰ ਲਾਇਆ, ਜਿੱਥੇ ਵੀ ਗਏ ਨਾ ਨਗਰ ਦੇ ਵਿੱਚ, ਉੱਥੇ ਸਭ ਤੋਂ ਪਹਿਲੋਂ ਧਰਮਸ਼ਾਲਾ ਸਤਿਗੁਰਾਂ ਨੇ ਬਣਵਾਈ, ਕਹਿ ਕੇ ਇਲਾਕੇ ਦੇ ਲੋਕਾਂ ਨੂੰ ਇੱਥੇ ਧਰਮਸ਼ਾਲਾ ਬਣਾਓ। ਸਾਰੇ ਨਗਰ ਵਾਸੀ ਲੋਕ ਇਕੱਠੇ ਹੋਇਆ ਕਰੋ, ਸਵੇਰੇ ਵੀ ਸ਼ਾਮ ਵੀ ਮਿਲ ਕੇ ਹਰੀ ਜਸ ਗਾਇਆ ਕਰੋ, ਪਰਮੇਸ਼ਰ ਦੀ ਸਿਫਤੋ ਸਲਾਹੁਤਾ ਕਰਿਆ ਕਰੋ। ਇਹੀ ਸਤ ਸੰਗਤ ਹੈ ਮੇਰੇ ਮਾਧਵ ਜੀ। ਸਤ ਸੰਗਤ ਮਿਲੇ ਸੋ ਤਰਿਆ। ਸਤਿਗੁਰਾਂ ਦੀ ਰਹਿਮਤ ਦਾ ਸਦਕਾ ਅੱਜ ਕੋਈ ਐਸਾ ਇਲਾਕਾ ਨਹੀਂ ਜਿੱਥੇ ਗੁਰਾਂ ਦਾ ਸਥਾਨ ਨਾ ਹੋਵੇ। ਛੋਟਾ ਜਾਂ ਵੱਡਾ ਜ਼ਰੂਰ ਹੀ ਸਤਿਗੁਰਾਂ ਦਾ ਸਥਾਨ ਬਣਿਆ ਹੁੰਦਾ ਹੈ। ਇਲਾਕੇ ਦੀ ਨਗਰ ਦੀ ਸੰਗਤ ਨੂੰ ਰੋਜ਼ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਕੱਤਰਤ ਹੋ ਕੇ ਹਰੀ ਜਸ ਸੁਣਨਾ ਚਾਹੀਦਾ ਹੈ, ਹਰੀ ਜਸ ਕਰਨਾ ਚਾਹੀਦਾ। ਮਿਲ ਕੇ ਸ਼ਬਦ ਕੀਰਤਨ ਕਰਨਾ, ਸੁਣਨਾ, ਅੰਮ੍ਰਿਤਮਈ ਹਰੀ ਦਾ ਨਾਮ ਜਪਣਾ, ਸੁਣਨਾ। ਜਿੰਨਾ ਵੀ ਸਮਾਂ ਅਧਿਕ ਤੋਂ ਅਧਿਕ ਲੱਗ ਸਕੇ
क्योंकि सत संगत विच लंघाया समा घड़ी पल दा भी व्यर्थ नहीं जांदा। एक घड़ी आधी हूं ते आद भगतन सेती गोशटे जो कीनो सो लाभ। संगत दे विच गुजारिया समा लाभदायक हुंदा है ते संगत दे विच बैठ के जिहड़ा अमृतमयी गुरां दा उपदेश सुनना है ये श्रवण ज्ञान है। सुनिया सिद्ध पीर सुरनाथ, सुनिया धरत धवले आकाश, सुनिया दीप लो पाताल, सुनिया पोहे न सकै काल। नानक भगता सदा विगास, सुनिया दुख पाप का नाश। कहते जी साडे दुख नहीं मिटदे, जिंदगी दुखा नाल भरी पई है। सारी जिंदगी बहुत कुछ कीता पर कदे दुख मिटे नहीं। इन्ना समा हो गया असीं गुरुद्वारे भी जाने हाँ, साडे ते दुख मिटदे नहीं। भोलिओ कदे तुसी गुरु दी सिक्ख्या सुनी नहीं। एकाग्रता बनाउणी पैंदी। जिन्ना सरल बोलना है उन्ना सरल सुनना नहीं है। सुनन वास्ते ध्यान एकाग्र करना पैंदा है। दो पुरुष परस्पर गल्लां कर रहे होण, सुनन वाला सुनाउण वाले नूं कहंदा है कि ये गल दोबारा दसी। वो कहंदा हद हो गई, मैं हुणे बोल के गया, मैं क्यों दोबारा दसां। कहंदा मैनूं सुनी नहीं। क्यों नहीं सुनी, तूं ते कोल बैठा सी। कहंदा नहीं कोल ते बैठा सी, मेरा ध्यान किते चलिया गया सी, तां करके नहीं सुन होई। ते ध्यान एकाग्र हो के गुरु दी सिक्ख्या सुनी जाती है कि असी संगत विच जाने हाँ, गुरु दी सिक्ख्या सुनन वास्ते एकाग्रता बना पाउंदे हाँ। साडी ते हालत हो जिवें भगत जी अपने मन नूं ताड़दे है ना, बेनिवाजा कुत्तिया ये ना भली रीत, कभी चल ना आया पंजे वक्त मसीत। दावे करदे इन्ना चिर हो गया सानू गुरुद्वारे जांदे हाँ, इन्ना चिर हो गया सानू असी रोज जाके नमस्कार करके आउंदे, साडे ते दुख मिटे नहीं, साडे ते कष्ट मिटे नहीं, साडे ते पाप कटे नहीं गए। गुरु प्यारिओ साडी स्रोत गहरी नहीं है। कदे सुन के वेखियो गुरु दा उपदेश, पातशाह कदे मिथ नहीं बोलते। सतगुरां दी गुरबाणी संपूर्ण सच बयान करदी है। ते पातशाह जी दी बाणी दा बोल है, सुनिया दुख पाप का नाश। हले मनन निध्यासन ते गां दियां पौड़ियां, मात्र कोई एकाग्रता नाल सुनी लैंदा है ना, ओदे सारे दुख ते सारे पाप मिट जांदे है। ते सुनन तो मगरों फिर मनन ज्ञान भी है। सुन के जो सुनिया उत्थे ही नहीं छड्ड आउणा। ये हालत ना होवे कि अंधे एक ना लागई जो बांस बजाइए फूक, जिवें बांस च फूक मारीए ते दूजे पासों निकल जाती है। इहो हालत ना होवे कि एक कन्नों गल सुनी है दूजे कन्नों कढ़ दिती है। उहनूं मनन भी करना है। जो सतगुरु जी कह रहे हैं वो सच कह रहे हैं कि सिमरन दा वेला है, वत लगी सच्चे नाम की, जो बीजै सो खाए। अब कलू आयो रे एक नाम बोवो बोवो। ये गल गुरां दी दृढ़ निश्चय नाल मननी भी है। ते मनन तो मगरों केवल मन के ही नहीं छड्ड देनी, ओदी कमाई भी करनी है। सिमरन करना भी है। रसना जपे वाहेगुरु वाहेगुरु ते सुरत इस नूं सुने। ये अभ्यास इसे नूं निध्यासन कहंदे हन। ते निध्यासन करन उपरंत ही फिर तत तोंग दे शोधन की प्राप्ति हुंदी है। सच ते झूठ विच अंतरा की है पता लगता है। हुण ते सच झूठ मिलिया पिया है। देही नूं असी मैं मनदे हाँ, ये भी कहने हाँ मेरी देही, मेरा हथ, मेरा पैर, मेरा सिर बड़ा दुखदा है। ते मैं भी कही जाने, मेरा भी कही जाने हाँ ते मैं भी कही जाने हाँ। हालांकि बोलते भी हाँ पर समझ नहीं है। जो कह रहा है ना वो मेरा शुद्ध स्वरूप है, ये देही मेरा शुद्ध स्वरूप नहीं है। ये तो देह नेतना नेत्र है, जस नाव चढ़े भव सागर तारै। वो शुद्ध स्वरूप नूं सतगुरां दी गुरबाणी सानू जणा देंदी है, सानू विखा देंदी है। सो ये सिक्ख्या सानू धन गुरु ग्रंथ साहिब पातशाह जी कोलों मिलदी है। ये तां ही मिलदी है जे असी संगत विच रोज जावांगे, गुरबाणी एकाग्रता नाल पढ़ांगे, सुनांगे, विचारांगे, गुरबाणी दे उपदेश नूं कमावांगे,
ਤਾਂ ਹੀ ਗੁਰੂ ਪਿਆਰਿਓ ਇਹ ਜੀਵਨ ਦੇ ਲਕਸ਼ ਨੂੰ ਪ੍ਰਾਪਤ ਹੋ ਸਕਾਂਗੇ, ਤਾਂ ਹੀ ਜਿਹੜਾ ਜੀਵਨ ਹੈ ਸਾਡਾ ਸਾਰਥਕ ਹੋ ਸਕੇਗਾ। ਸਵਾਸ ਬੜੇ ਅਮੋਲਕ ਹਨ ਗੁਰੂ ਪਿਆਰਿਓ, ਇਹ ਕਿਸੇ ਮੁੱਲ ਵਿੱਚ ਨਹੀਂ ਮਿਲਦੇ। ਆਪਾਂ ਸਾਰ ਨਹੀਂ ਜਾਣਦੇ ਹਾਂ, ਕਲਯੁਗੀ ਜੀਵ ਹਾਂ, ਪਦਾਰਥਾਂ ਵਿੱਚ ਸਾਨੂੰ ਸੁਖ ਭਾਸ ਰਹੇ ਹਨ, ਆਪਣੇ ਅਮੋਲਕ ਸਵਾਸ ਕੌਡੀ ਦੇ ਪਦਾਰਥਾਂ ਵਿੱਚ ਗਵਾ ਰਹੇ ਹਾਂ। ਇੱਕ ਨਿੱਕੀ ਜੀ ਸਾਖੀ ਦੀ ਸਾਂਝ ਪਾ ਕੇ ਦਾਸ ਫਿਰ ਸਮਾਪਤੀ ਵੱਲੇ ਜਾਵੇ। ਕੋਈ ਇੱਕ ਰੱਬ ਦੇ ਪਿਆਰੇ ਕਮਾਈ ਵਾਲੇ ਸਿਮਰਨ ਅਭਿਆਸੀ ਤੇ ਉਹਨਾਂ ਦੇ ਕੋਲ ਉਹਨਾਂ ਦੇ ਸੇਵਕ ਰਹਿੰਦੇ, ਤੇ ਜਿਵੇਂ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਹੈ ਨਾ ਕਿ ਭਾਈ ਇਹ ਬਖਸ਼ ਨਿਰਮਲ ਜਲ ਪਦਮਨ ਜਾਵਲ ਰੇ, ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ, ਦਾਦਰ ਤੂੰ ਕਬੈ ਨ ਜਾਨ ਸਰੇ, ਬਖਸ਼ ਸਿਬਾਸ ਬਖਸ਼ ਨਿਰਮਲ ਜਲ। ਪਾਤਸ਼ਾਹ ਦੇ ਜਦੋਂ ਸਾਲਸਰਾਏ ਜੌਹਰੀ ਕੋਲ ਗਏ ਨਾ, ਉਦੋਂ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਸ਼ਬਦ ਉਚਾਰਿਆ ਕਿ ਤਲਾਬ ਦੇ ਵਿੱਚ ਕਵਲ ਦਾ ਫੁੱਲ ਹੁੰਦਾ ਹੈ, ਤੇ ਕਵਲ ਦੇ ਫੁੱਲ ਦੇ ਸੁਗੰਧੀ ਜਿਹੜੀ ਹੈ ਉਹਨੂੰ ਲੈਣ ਵਾਸਤੇ ਭੌਰੇ ਬਾਹਰੋਂ ਆਉਂਦੇ ਹੈ, ਬਾਹਰੋਂ ਆ ਕੇ ਸੁਗੰਧੀ ਲੈ ਕੇ ਰਸ ਲੈ ਕੇ ਚਲੇ ਜਾਂਦੇ ਆ। ਉਸੇ ਤਲਾਬ ਦੇ ਵਿੱਚ ਡੱਡੂ ਵੀ ਹੁੰਦੇ ਆ, ਉਹ ਜਾਲਾ ਹੀ ਖਾਂਦੇ ਰਹਿੰਦੇ ਆ, ਉਹ ਕਦੇ ਸੁਗੰਧੀ ਚਾਖੀ ਨਹੀਂ ਪਾਉਂਦੇ। ਜਾਂ ਜੈਸੇ ਮੱਝਾਂ ਗਾਵਾਂ ਦੇ ਥਣਾ ਨਾਲ ਨਾ ਉਹ ਲੱਗੇ ਹੁੰਦੇ ਚਿੱਚੜ, ਤੇ ਲਾਗੇ ਹੀ ਦੁੱਧ ਹੁੰਦਾ ਹੈ, ਦੁੱਧ ਵਿਛੇ ਵੱਛਾ ਆ ਕੇ ਪੀ ਜਾਂਦਾ, ਉਹ ਖੂਨ ਹੀ ਪੀਂਦੇ ਰਹਿੰਦੇ, ਉਹਨਾਂ ਨੂੰ ਦੁੱਧ ਦੀ ਸਾਰ ਹੀ ਕੋਈ ਨਹੀਂ ਹੈ। ਇਸੇ ਤਰ੍ਹਾਂ ਕਈ ਦਫਾ ਕੀ ਹੁੰਦਾ ਹੈ ਕਿ ਮਹਾਂਪੁਰਖਾਂ ਦੀ ਰੱਬ ਦੇ ਪਿਆਰਿਆਂ ਦੀ ਹਜ਼ੂਰੀ ਵਿੱਚ ਕੋਲ ਰਹਿਣ ਵਾਲੇ ਵੀ ਉਹ ਚਿਚੜਾਂ ਵੱਤ ਡੱਡੂਆਂ ਵੱਤ ਵਿਸ਼ੇ ਵਕਾਰਾਂ ਦਾ ਜਾਲਾ ਤੇ ਰਗਤੀ ਚੂਸਦੇ ਰਹਿੰਦੇ ਹੈ। ਜਿਹੜੀ ਨਾਮ ਦੀ ਸੁਗੰਧੀ ਹੈ ਨਾ ਉਹ ਨਹੀਂ ਲੈ ਪਾਉਂਦੇ, ਨਾਮ ਦਾ ਰਸ ਨਹੀਂ ਲੈ ਪਾਉਂਦੇ। ਉਹ ਮਹਾਂਪੁਰਖ ਰਹਿੰਦੇ ਸਨ, ਉਹਨਾਂ ਦੇ ਕੋਲ ਜਿਹੜੇ ਸੇਵਕ ਸੀ ਨਾ ਉਹ ਇੱਧਰ ਉੱਧਰ ਦੇ ਸੰਸਾਰ ਦੇ ਧੰਦਿਆਂ ਵਿੱਚ ਲੱਗੇ ਰਹਿੰਦੇ। ਬਥੇਰਾ ਮਹਾਂਪੁਰਖਾਂ ਸਿੱਖਿਆ ਦੇਣੀ, ਪਰ ਉਹਨਾਂ ਦੇ ਕੰਨ ਤੇ ਜੂੰ ਨਾ ਸਰਕਣੀ। ਮਹਾਂਪੁਰਖਾਂ ਦੇ ਪ੍ਰਾਣਾਂ ਦੇ ਵਿਯੋਗ ਦਾ ਸਮਾਂ ਆਇਆ ਤੇ ਉਹ ਉਦੋਂ ਭੱਜੇ ਆਏ, ਕਹਿਣ ਲੱਗੇ ਮਹਾਂਪੁਰਖੋ ਅੰਤਲੀ ਕੋਈ ਸਿੱਖਿਆ ਦੇ ਜਾਓ। ਕਹਿਣ ਲੱਗੇ ਭਲਿਓ ਸਾਡੇ ਕੋਲ ਤੇ ਸਵਾਸ ਹੈ ਨਹੀਂ ਹੈ, ਕਿਵੇਂ ਦੇਵਾਂਗੇ ਸਵਾਸਾਂ ਬਿਨਾਂ? ਇਉਂ ਕਰੋ ਸਾਡੇ ਸਿਰਹਾਣੇ ਮਾਇਆ ਦੀ ਥੈਲੀ ਹੈ, ਇਹ ਲੈ ਜਾਓ, ਬਾਜ਼ਾਰੋਂ ਸਵਾਸ ਖਰੀਦ ਕੇ ਲਿਆਓ। ਜਦੋਂ ਤੁਸੀਂ ਸਵਾਸ ਖਰੀਦ ਕੇ ਲਿਆਓਗੇ, ਸਾਡੇ ਕੋਲ ਸਵਾਸ ਹੋਣਗੇ, ਫਿਰ ਤੁਹਾਨੂੰ ਸਮਝਾਵਾਂਗੇ ਕਿ ਜੀਵਨ ਦਾ ਲਕਸ਼ ਕੀ ਹੈ, ਚੰਗੀ ਸਿੱਖਿਆ ਦੇ ਕੇ ਜਾਵਾਂਗੇ ਤੁਹਾਨੂੰ। ਉਹ ਜਿਉਂ ਬਾਜ਼ਾਰ ਘੁੰਮਣ ਲੱਗੇ, ਮਾਇਆ ਸੋਨੇ ਦੀਆਂ ਮੋਹਰਾਂ ਦੀ ਭਰੀ ਥੈਲੀ ਹੈ, ਤੁਰੇ ਫਿਰਦੇ ਦੁਕਾਨਾਂ ਤੋਂ ਪੁੱਛਦੇ ਫਿਰਦੇ ਆ ਸਵਾਸ ਮਿਲਣਗੇ ਇੱਥੋਂ, ਸਵਾਸ ਮਿਲਣਗੇ। ਸਵਾਸ ਕਿੱਥੋਂ ਮਿਲਣ? ਸਾਰੇ ਨਗਰ ਦਾ ਸ਼ਹਿਰ ਦਾ ਚੱਕਰ ਲਾ ਕੇ ਆ ਕੇ ਸੰਤਾਂ ਕੋਲ ਕਹਿਣ ਲੱਗੇ ਮਹਾਂਪੁਰਖੋ ਸਵਾਸ ਤੇ ਮਿਲੇ ਨਹੀਂ ਕਿਤੋਂ। ਕਹਿੰਦੇ ਇਹੋ ਸਿੱਖਿਆ ਜੇ ਤੁਹਾਡੀ ਸਮਝ 'ਚ ਆ ਜਾਵੇ ਤਾਂ। ਤੇ ਇਸ ਤਰ੍ਹਾਂ ਕਹਿ ਕੇ ਮਹਾਂਪੁਰਖ ਸੱਚਖੰਡ ਨੂੰ ਚਲੇ ਗਏ। ਸੋ ਸਵਾਸ ਗੁਰੂ ਪਿਆਰਿਓ ਭਾਵੇਂ ਕੋਈ ਕਰੋੜਾਂ ਅਰਬਾਂ ਪਤੀ ਹੋਵੇ, ਮੁੱਲ ਨਹੀਂ ਖਰੀਦ ਸਕਦਾ, ਪਰ ਵਾਹਿਗੁਰੂ ਵੱਲੋਂ ਸਾਨੂੰ ਇਹ ਅਮੋਲਕ ਸਵਾਸਾਂ ਦੀ ਦਾਤ ਮਿਲੀ ਹੈ ਤੇ ਇਹਦੇ ਲਕਸ਼ ਨੂੰ ਸਮਝੀਏ। ਕੌਡੀਆਂ ਦੇ ਭਾਗ ਗਵਾਉਣੇ ਹੈ ਜਾਂ ਅਮੋਲਕ ਲਾਹਾ ਪ੍ਰਾਪਤ ਕਰਨਾ ਹੈ। ਸੰਸਾਰ ਵਿੱਚ ਹੀ ਲੱਗੇ ਰਵਾਂਗੇ ਤੇ ਕੌਡੀਆਂ ਦੇ ਭਾਗ ਗਵਾਚ ਹੀ ਰਹੇ ਹਨਗੇ। ਇਹ ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ। ਤੇ ਜੇ ਸਤਿਗੁਰਾਂ ਦੇ ਲੜ ਲੱਗ ਕੇ ਗੁਰਾਂ ਦੇ ਉਪਦੇਸ਼ ਨੂੰ ਕਮਾ ਲਵਾਂਗੇ ਤੇ ਸਵਾਸਾਂ ਦੀ ਪੂੰਜੀ ਸਾਡੀ ਸਾਰਥਕ ਹੋਵੇਗੀ, ਫਿਰ ਲਾਹਾ ਲੈ ਕੇ ਜਾਵਾਂਗੇ। ਉਹੀਓ ਧਨਵਾਨ ਮੰਨੇ ਜਾਂਦੇ, ਭਾਗ ਠੜੇ ਹਰ ਸੰਤ ਪਿਆਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੇ ਸੇਈ ਆਏ, ਸਫਲ ਤਿਨਾਂ ਕੇ ਕਾਮਾ। ਤੇ ਆਜੀਵਨ ਪਦਾਰਥਾਂ 'ਚ ਨਾ ਲੰਘਾਈਏ। ਸੋ ਗੁਰੂ ਦੀ ਗੁਰਬਾਣੀ ਨੂੰ ਪੜ੍ਹੀਏ, ਸੁਣੀਏ, ਵਿਚਾਰੀਏ, ਗੁਰੂ ਦੇ ਲੜ ਲੱਗੀਏ, ਜੀਵਨ ਦੇ ਲਕਸ਼ ਨੂੰ ਸਮਝੀਏ ਗੁਰੂ ਪਿਆਰਿਓ। ਤੇ ਆਪਣਾ ਇਹ ਅਮੋਲਕ ਜਨਮ ਪ੍ਰਾਪਤ ਹੋਇਆ ਜਿਹੜਾ ਹੈ, ਇਹਨੂੰ ਜਿੱਤ ਕੇ ਜਾਈਏ। ਸੰਸਾਰ ਤੋਂ ਜਿੱਤ ਕੇ ਹੀ ਜਾਣਾ ਸਾਰਥਕ ਹੈ। ਅਨਿਆਥਾ ਇਸ ਪੌੜੀ ਤੇ ਜੋ ਨਰ ਚੁਕੇ, ਆਏ ਜਾਏ ਦੁੱਖ ਪਾਏਂਦਾ। ਸੋ ਗੁਰੂ ਪਿਆਰਿਓ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ।
ਦਾਸਰੇ ਦੀ ਤੁੱਛ ਬੁੱਧੀ ਹੈ। ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਸਤਿਗੁਰੂ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪਰਲੋਕ ਸੁਹੇਲੇ ਕਰਨ। ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਬੜੀ ਇਕਾਗਰਤਾ ਬਖਸ਼ੀ। ਗੁਰਮਤ ਵਿਚਾਰਾਂ ਦੀ ਸਾਂਝ ਦਾਸ ਨੇ ਆਪ ਸੰਗਤਾਂ ਨਾਲ ਪਾਈ। ਗੁਰਮੁਖ ਪਰਿਵਾਰ ਭਾਈ ਕੁਲਵਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪਣੀ ਧੀ ਦਾ ਵਿਆਹ ਦਾ ਸਮਾਗਮ ਰੱਖਿਆ। ਗੁਰੂ ਸਾਹਿਬਾਂ ਦੇ ਚਰਨਾਂ ਦੇ ਓਟ ਆਸਰੇ ਨੂੰ ਤੱਕਦਿਆਂ ਆਪ ਸਾਧ ਸੰਗਤ ਦੇ ਚਰਨ ਆਪਣੇ ਗ੍ਰਹਿ ਵਿਖੇ ਪਵਾਏ। ਤਿਨਾਂ ਵੱਲੋਂ ਵੀ ਸਾਰੀ ਸੰਗਤ ਨੂੰ ਜੀਓ ਆਇਆਂ ਧੰਨਵਾਦ। ਦਾਸਰੇ ਵੱਲੋਂ ਗੁਰਮੁਖ ਪਰਿਵਾਰ ਦਾ ਧੰਨਵਾਦ, ਜਿਨ੍ਹਾਂ ਨੇ ਦਾਸ ਨੂੰ ਇਹ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਆ। ਸੋ ਸਾਰੀ ਸੰਗਤ ਦਾ ਗੁਰਮੁਖ ਪਰਿਵਾਰ ਭਾਈ ਮਨਿੰਦਰ ਸਿੰਘ ਜੀ, ਜੋ ਬੜੇ ਪਿਆਰ ਵਾਲੇ ਹਨ ਸਾਧ ਸੰਗਤ। ਇਹ ਭਾਈ ਮਨਿੰਦਰ ਸਿੰਘ ਜੀ ਤੇ ਆਪ ਗਿਆਨੀ ਹਨ। ਇਹ ਸਤਿਗੁਰੂ ਜੀ ਇਹਨਾਂ ਕਿਰਪਾ ਕਰਨ ਇਹਨਾਂ ਤੇ। ਇਹ ਸਾਧ ਸੰਗਤ ਦਾਸ ਕੋਈ ਬਹੁਤ ਵੱਡਾ ਗਿਆਨੀ ਤੇ ਹੈ ਨਹੀਂ ਹੈ, ਪਰ ਇਹਨਾਂ ਨੇ ਬੜੇ ਪਿਆਰ ਨਾਲ ਸੱਦਾ ਦਿੱਤਾ ਕਿ ਜ਼ਰੂਰ ਹੀ ਤੁਸੀਂ ਆਇਓ। ਤੇ ਦਾਸ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਇਆ। ਬੋਲਦਿਆਂ ਅਨੇਕ ਗਲਤੀਆਂ ਹੋ ਜਾਂਦੀਆਂ। ਸਾਧ ਸੰਗਤ ਬੱਚੇ ਸਮਝ ਕੇ ਮੁਆਫੀ ਦੇ ਦੇਣੀ। ਉਪਦੇਸ਼ ਗੁਰੂ ਦਾ ਜਾਣ ਕੇ ਕਮਾ ਲੈਣਾ। ਸੋ ਗੱਜ ਵੱਜ ਕੇ ਇੱਕ ਦਫਾ ਆਪਾਂ ਫਤਿਹ ਬੁਲਾਈਏ, ਫਿਰ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਤੇ ਅਰਦਾਸ ਹੋਵੇਗੀ। ਗੱਜ ਵੱਜ ਕੇ ਇੱਕ ਵਾਰ ਫਤਿਹ ਬੁਲਾਈਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।